ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੁਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਨ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰਾ ਸੁਣੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ, ਪਰਮ ਪੁਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਾਰ ਕਰ ਧਾਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵਡ ਅਗੀ, ਪਾਵਹਿ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਝੱਖ ਬੋਲਣ ਕਿਆ ਜਗ ਸਿਉ ਵਾਦ, ਝੂਰ ਮਰੈ ਦੇਖੈ ਪਰਮਾਦ। ਝੱਖ ਬੋਲਣ ਕਿਆ ਜਗ ਸਿਉ ਵਾਦ, ਝੂਰ ਮਰੈ ਦੇਖੈ ਪਰਮਾਦ। ਜਨਮ ਮੂਏ ਨਹੀਂ ਜੀਵਨ ਆਸਾ, ਆਏ ਚੱਲੇ ਭਏ ਆਸ ਨਿਰਾਸਾ। ਝੁਰ ਝੁਰ ਝੱਖ ਮਾਟੀ ਰਲ ਜਾਏ, ਕਾਲ ਨਾ ਚੰਪੈ ਹਰਿ ਗੁਣ ਗਾਏ। ਪਾਈ ਨਵ ਨਿਧ ਹਰਿ ਕੈ ਨਾਏ, ਆਪੇ ਦੇਵੈ ਸਹਿਜ ਸੁਭਾਏ। ਪਾਈ ਨਵ ਨਿਧ ਹਰਿ ਕੈ ਨਾਏ, ਆਪੇ ਦੇਵੈ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਣਾ ਨਿਧਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ
ਆਪ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਸਰੂਪ ਦੇ ਪ੍ਰਕਾਸ਼ ਹੋਏ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਔਰ ਚੱਲ ਰਹੀ ਲੜੀਵਾਰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ 932-33 ਅੰਗ ਤੇ ਜਾਰੀ ਹੈ, ਸ਼ਰਵਣ ਕਰਦੇ ਆ ਰਹੇ ਹੋ। ਦੱਖਣੀ ਓਂਕਾਰ ਨਾਮ ਦੀ ਬਾਣੀ ਜਿਹੜੀ ਹੈ ਉਸ ਦਾ ਵਿਚਾਰ ਸ਼ਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਔਰ ਜੋ ਉੱਥੋਂ ਦੇ ਵਿਦਵਾਨ ਪੁਰਖ ਹਨ ਉਹਨਾਂ ਦੇ ਮਨ ਦੇ ਜੋ ਸ਼ੰਕੇ ਪ੍ਰਸ਼ਨਾਂ ਦੇ ਰੂਪ 'ਚ ਬੇਨਤੀ ਕਰਦੇ ਹਨ ਤੇ ਗੁਰੂ ਮਹਾਰਾਜ ਬੜੇ ਤਸੱਲੀ ਦੇ ਨਾਲ ਉਹਨਾਂ ਨੂੰ ਉੱਤਰ ਦੇ ਕੇ ਸੰਸ਼ਿਆਂ ਤੋਂ ਰਹਿਤ ਕਰ ਰਹੇ ਹਨ, ਕਿਉਂਕਿ ਉਹ ਵੀ ਚੰਗੇ ਪੜ੍ਹੇ ਲਿਖੇ ਹੈ, ਅੰਦਰ ਜਿਗਿਆਸਾ ਵੀ ਹੈ, ਭਾਵਨਾ ਵੀ ਹੈ ਔਰ ਪਿਆਰ ਦੇ ਨਾਲ ਭਾਵੇਂ ਕਾਫੀ ਸੁਲਝੇ ਹੋਏ ਸਿਆਣੇ ਹਨ, ਫਿਰ ਵੀ ਮਨ ਦੇ ਵਿੱਚ ਕਈ ਵਿਚਾਰਾਂ, ਸਾਰੀਆਂ ਗੱਲਾਂ ਦਾ ਭੇਦ ਆਪਣੇ ਆਪ ਨਹੀਂ ਖੁੱਲ੍ਹਦਾ। ਉਹਨਾਂ ਨੂੰ ਸਮਝਣ ਵਾਸਤੇ ਗੁਰੂ ਮਹਾਰਾਜ ਨੂੰ ਬੇਨਤੀ ਰੂਪ ਵਿੱਚ ਆਪਣੇ ਸ਼ੰਕੇ ਨਿਵਾਰਨ ਕਰਨ ਲਈ ਬੜੀ ਜਿਗਿਆਸਾ ਦੇ ਸਹਿਤ ਮਹਾਰਾਜ ਦੇ ਚਰਨਾਂ 'ਚ ਬੈਠੇ ਆ ਔਰ ਗੁਰੂ ਮਹਾਰਾਜ ਬੜੇ ਪਿਆਰ ਦੇ ਨਾਲ ਉੱਤਰ ਬਖਸ਼ਿਸ਼ ਕਰਦੇ ਹਨ। ਕਈ ਬੰਦੇ ਉਹਨਾਂ ਨੂੰ ਪੁੱਛਿਆ ਜਾਏ ਉਹ ਘਬਰਾ ਜਾਂਦੇ ਆ, ਜਾਂ ਤਾਂ ਉੱਤਰ ਦੇ ਨਹੀਂ ਸਕਦੇ ਜਾਂ ਆਪਣੇ ਅੰਦਰ ਐਸੀ ਹਉਮੈ ਹੁੰਦੀ ਹੈ, ਦੂਸਰੇ ਨੂੰ ਤੁੱਛ ਸਮਝਦੇ ਆ। ਪਰ ਗੁਰੂ ਮਹਾਰਾਜ ਉਹਨਾਂ ਦੀ ਜਿਗਿਆਸਾ ਦੇਖ ਕੇ ਬੜੇ ਪਿਆਰ ਦੇ ਨਾਲ ਜੋ ਵੀ ਉਹਨਾਂ ਦੇ ਪ੍ਰਸ਼ਨ ਵਗੈਰਾ ਹੈਗੇ ਆ ਉਹ ਕਿਰਪਾ ਕਰਕੇ ਉਹਨਾਂ ਦਾ ਸਮਾਧਾਨ ਕਰਦੇ ਜਾ ਰਹੇ ਹਨ। ਸਿਆਣੇ ਪੁਰਸ਼ਾਂ ਦੀ ਜਿਹੜੀ ਵਿਚਾਰ ਹੈ ਉਹਦੇ ਵਿੱਚੋਂ ਬਹੁਤ ਕੁਝ ਪ੍ਰਾਪਤ ਹੁੰਦਾ, ਲਾਭ ਵੀ ਹੁੰਦਾ ਹੈ। ਇਸ ਕਰਕੇ ਵੀ ਉੱਤਮ ਪਵਿੱਤਰ ਗੁਰਬਾਣੀ ਹੈ ਔਰ ਇਹਦੇ ਪੜ੍ਹਨ, ਸੁਣਨਾ, ਵਿਚਾਰਨ ਬਹੁਤ ਪ੍ਰਾਪਤੀਆਂ ਹੁੰਦੀਆਂ ਹਨ। ਪਰ ਅੰਦਰ ਜਿਗਿਆਸਾ, ਪਿਆਰ ਵਾਲੀ ਭਾਵਨਾ ਹੋਵੇ ਫਿਰ ਆ, ਕਿਉਂਕਿ ਇਹਨਾਂ ਗੱਲਾਂ ਨੂੰ ਸਮਝਣ ਲਈ ਮਨ ਵਿੱਚ ਬੜਾ ਉਤਸ਼ਾਹ ਹੋਵੇ ਔਰ ਦ੍ਰਿੜ ਭਾਵਨਾ ਹੋਵੇ ਫਿਰ ਆ। ਹੁਣ ਸਕੂਲ ਵਿੱਚ ਬੱਚੇ ਜਾਂਦੇ ਆ, ਇਹ ਤਾਂ ਵਿਦਿਆ ਪੜ੍ਹਾਈ ਦੇ ਰੂਪ 'ਚ ਜਾਂਦੇ ਆ, ਟੀਚਰ ਅੱਗੇ ਬੈਠਦੇ ਆ, ਫਿਰ ਤਾਂ ਬਹੁਤ ਕੁਛ ਮਿਲ ਜਾਂਦਾ। ਔਰ ਜੇ ਹੈ ਉੱਥੇ ਘੁੰਮ ਘੁਮਾ ਕੇ ਵੈਸੇ ਗੇੜਾ ਗੂੜਾ ਕੱਢ ਕੇ ਸਕੂਲ 'ਚ ਚਲੇ ਗਏ, ਫਿਰ ਮਿਲਣ ਮਿਲਾਉਣ ਲਈ ਕੁਝ ਨਹੀਂ ਹੁੰਦਾ। ਇਸੇ ਤਰ੍ਹਾਂ ਬਹੁਤੀ ਦੁਨੀਆ 'ਤੇ ਅੱਜ ਕੱਲ੍ਹ ਇਹੀ ਰਿਵਾਜ ਆ ਕਿ ਚਲੋ ਜੀ ਜਾ ਕੇ ਮੱਥਾ ਟੇਕ ਕੇ ਆਏ, ਸਵੇਰੇ ਸ਼ਾਮ ਸੰਗ 'ਚ ਬਹਿਣਾ ਨਹੀਂ, ਕੋਈ ਕਥਾ ਕੀਰਤਨ ਸੁਣਨਾ ਨਹੀਂ,
ਸਿਰਫ ਇੰਨਾ ਕੀ ਹੈ ਵੀ ਆਪਾਂ ਮੱਥਾ ਟੇਕ ਕੇ ਆਏ। ਇੱਕ ਫਾਰਮੈਲਿਟੀ ਜੀ ਬਣਾ ਲਈ ਹੈ, ਅੰਦਰ ਭਾਵਨਾ ਨਹੀਂ ਕਿ ਇਹ ਵੀ ਗੁਰਮਤਿ ਦੀ ਕਲਾਸ ਲੱਗੀ ਹੋਈ ਹੈ, ਬੈਠ ਕੇ ਕੋਈ ਬਾਣੀ ਦਾ ਵਿਚਾਰ ਸੁਣੀਏ ਔਰ ਘਰ ਜਾ ਕੇ ਵੀ ਦੱਸੀਏ ਅੱਜ ਇਹ ਉਪਦੇਸ਼ ਮਹਾਰਾਜ ਵੱਲੋਂ ਮਿਲਿਆ ਸੀ। ਐਸਾ ਬਹੁਤ ਘੱਟ ਹੈ। ਉਹ ਗਿਣਤੀ ਦੇ ਸਰੋਤੇ ਹੁੰਦੇ ਆ, ਉਹਨਾਂ 'ਚ ਵੀ ਕਈ ਐਵੇਂ ਆ ਕਿ ਚਲੋ ਘਰ ਵੀ ਬੈਠੇ ਰਹਿਣਾ, ਟਾਈਮ ਪਾਸ ਕਰੇ ਜਾਈਏ। ਉਹਨਾਂ ਬਹੁਤਿਆਂ ਕੋਲ ਸਮਝਣ ਵਾਲੀ ਬੁੱਧ ਬੜੀ ਘੱਟ ਹੁੰਦੀ ਹੈ। ਜੇ ਬਾਅਦ 'ਚ ਪੁੱਛਿਆ ਜਾਏ ਵੀ ਅੱਜ ਕਿਹੜਾ ਪ੍ਰਸੰਗ ਸੀ, ਕਿਹੜਾ ਦ੍ਰਿਸ਼ਟਾਂਤ, ਕਿਹੜੀ ਸਾਖੀ ਸੀ, ਕਿੱਥੋਂ ਬਾਣੀ ਸੀ, ਉਹ ਨਹੀਂ ਦੱਸਦੇ। ਸੋ ਇਸ ਤਰ੍ਹਾਂ ਬਹੁਤੇ ਤਾਂ ਐਵੇਂ ਹੀ ਹੈ ਅਤੇ ਬਹੁਤ ਘੱਟ ਸਰੋਤੇ ਆ ਜਿਨ੍ਹਾਂ ਦੇ ਅੰਦਰ ਐਸੀ ਸਮਝਣ ਵਾਲੀ ਵਿਵੇਕ ਬੁੱਧੀ ਔਰ ਐਸੀ ਵਿਚਾਰਧਾਰਾ ਹੋਵੇ। ਸੋ ਇਸ ਵਾਸਤੇ ਆਮ ਜਿਹੜੇ ਈਸਾਈ ਲੋਕ ਆ, ਉਹਨਾਂ ਦੇ ਗਿਰਜਿਆਂ 'ਚ ਲੋਕ ਜਾਂਦੇ ਆ ਸਮਝਣ ਵਿਚਾਰਨ ਵਾਸਤੇ। ਹੋਰ ਵੀ ਕਈ ਮਹਾਂਪੁਰਖਾਂ ਦੇ ਐਸੇ ਸਥਾਨ ਹੈਗੇ ਆ, ਅਤੇ ਸਾਡੇ ਇਸ ਤਰ੍ਹਾਂ ਹੀ ਆ ਵੀ ਜ਼ਿਆਦਾ ਘੁੰਮਣ ਘੁਮਾਉਣ ਵਾਲਾ ਕੰਮ ਜ਼ਿਆਦਾ। ਐਸੀ ਜਿਗਿਆਸਾ ਬੜੀ ਘੱਟ ਦੇਖਣ 'ਚ ਮਿਲਦੀ ਹੈ ਕਿ ਬੈਠਿਆ ਜਾਏ, ਬਹਿ ਕੇ ਕੋਈ ਬਾਣੀ ਦੇ ਵਿਚਾਰ ਸੁਣੇ ਜਾਣ। ਬਹੁਤਾ ਨਹੀਂ, ਘੱਟੋ ਘੱਟ ਕਥਾ ਵਾਰਤਾ ਦੇ ਸਮੇਂ ਤਾਂ ਜ਼ਰੂਰ ਬੈਠਣਾ ਚਾਹੀਦਾ, ਵਿਚਾਰ ਸੁਣਨੇ ਚਾਹੀਦੇ ਆ ਕਿ ਮਹਾਰਾਜ ਬਾਣੀ ਦੁਆਰਾ ਸਾਨੂੰ ਕੀ ਸਿੱਖਿਆ ਦਿੰਦੇ ਆ। ਐਸੀ ਭਾਵਨਾ ਨਾ ਬਣਨ ਦੇ ਕਾਰਨ ਅਸੀਂ ਰੋਜ਼ ਆਉਂਦੇ ਵੀ ਹਾਂ, ਲੇਕਿਨ ਉੱਥੇ ਦੇ ਉੱਥੇ ਹੀ ਖਲੋਤੇ ਹਾਂ। ਕੋਈ ਜੀਵਨ ਦੇ ਵਿੱਚ ਤਬਦੀਲੀ ਜਾਂ ਕੋਈ ਅੰਤਰ ਜਾਂ ਕੋਈ ਫਰਕ ਨਹੀਂ ਆ ਰਿਹਾ। ਉਹ ਕਾਰਨ ਇਹ ਹੀ ਹੈ ਕਿ ਪਿੰਡਾਂ ਵਿੱਚ ਤਾਂ ਬਿਲਕੁਲ ਹੈ ਹੀ ਨਹੀਂ। ਸੰਗਰਾਂਦ ਵਾਲੇ ਦਿਨ ਹੀ ਭਾਈ ਜੀ ਕੜਾਹ ਕਰ ਲੈਂਦੇ ਆ ਅਤੇ ਸਪੀਕਰ 'ਚ ਘੜੀ ਘੜੀ ਅਨਾਊਂਸਮੈਂਟ ਕਰੀ ਜਾਂਦੇ ਆ, ਆ ਜਾਓ ਸਾਧ ਸੰਗਤ ਜੀ, ਪ੍ਰਸ਼ਾਦ ਤਿਆਰ ਆ। ਹੁਣ ਮਹੀਨੇ ਦਾ ਨਾਂ ਸੁਣ ਲਓ, ਬਾਕੀ ਹੌਲੀ ਹੌਲੀ ਨਿਕਲਦੇ ਆ। ਰੋਜ਼ ਕੋਈ ਕਥਾ ਵਾਰਤਾ ਹੈ ਨਹੀਂ, ਉਹਨਾਂ ਦੇ ਅੰਦਰ ਇਹ ਸੁਭਾਅ ਬਣਿਆ ਹੀ ਨਹੀਂ। ਇਸੇ ਤਰ੍ਹਾਂ ਫਿਰ ਮੇਲੇ ਮਸਾਵੇ ਕਿਸੇ ਜੋੜ ਮੇਲੇ 'ਤੇ ਇਤਿਹਾਸੀ ਜਗ੍ਹਾ 'ਚ ਆ ਜਾਂਦੇ ਆ, ਉਹਨਾਂ ਦੇ ਅੰਦਰ ਉਹ ਕਥਾ ਵਾਰਤਾ ਸੁਣਨ ਵਾਲਾ ਭਾਵ ਹੈ ਨਹੀਂ। ਬਸ ਉਹ ਇਹ ਘੁੰਮ ਘੁਮਾ ਕੇ ਹੀ ਚਲੇ ਜਾਂਦੇ ਆ। ਕਈਆਂ ਨੂੰ ਤਾਂ ਮੇਲੇ 'ਤੇ ਵੀ ਚਲੋ ਚੰਗੇ ਲੀੜੇ ਛੀੜੇ ਪਾ ਲੈਣ, ਕੋਈ ਫੈਸ਼ਨ ਪ੍ਰਸਤੀ ਵੀ ਆਪਣਾ ਦਿਖਾਈਏ ਵੀ ਸਾਡੇ ਕੋਲ ਵੀ ਕੁਝ ਹੈ, ਇਸ ਤਰ੍ਹਾਂ ਹੀ ਆਉਂਦੇ ਆ। ਪਰ ਜਿਨ੍ਹਾਂ ਦੇ ਅੰਦਰ ਜਿਗਿਆਸਾ, ਬਾਣੀ ਸੁਣਨ ਦਾ ਵਿਚਾਰ, ਉਹ ਹੀ ਲਾਭ ਲੈਂਦੇ ਆ। ਕਿਉਂਕਿ ਡਿਠੈ ਮੁਕਤ ਨਾ ਹੋਵੇ, ਜੇ ਚਿਰ ਗੁਰ ਸ਼ਬਦ ਨਾ ਕਰੇ ਵਿਚਾਰ। ਨਿਰਾ ਦੇਖਣ ਦਿਖਾਉਣ ਨਾਲ ਤਾਂ ਕੋਈ ਗੱਲ ਬਣਨੀ ਨਹੀਂ। ਜਿੰਨਾ ਚਿਰ ਬਾਣੀ ਦੀ ਵਿਚਾਰ ਸੁਣਦੇ ਨਹੀਂ, ਗ੍ਰਹਿਣ ਨਹੀਂ ਕਰਦੇ। ਸੋ ਇਸ ਵਾਸਤੇ ਆਮ ਤਾਂ ਇਹੀ ਹੈ, ਚਲੋ ਜੀ ਮੱਥਾ ਟੇਕਿਆ, ਘੁੰਮ ਘੁਮਾ ਕੇ ਚਲੇ ਗਏ, ਪਰ ਉਹਨੇ ਬਹਿਣਾ ਨਹੀਂ ਸੰਗਤ ਦੇ ਵਿੱਚ। ਸੰਗਤ
संगत बनाई तो इसे करके है, उत्थे बह के कोई बाणी की विचार प्राप्त की जाए। पर जिन्हां दे भाग है कोई लाभ लो, आओ किड्डे किड्डे वो विद्वान लोग है, दुनिया उन्होंने मनदी पूजती है, उन्होंने को अपने प्रश्न का हल करते हैं, उन्होंने तो अध्यात्म की विद्या भी पढ़ते पढ़ाते हैं, फिर भी वो अपने ज्ञान के वाधे वास्ते गुरु महाराज के चरणों की बेनतियां करते हैं कि होर ज्ञान होर विचार मिल जाए। पर साढ़े अंदर ये भावना है नहीं, वो जोड़े जन्म दिहाड़े है उत्थे भी बस तमचड़ ही रह गया, कड़माई ब्याहां च भी कप खाना ही है, मरियां ते भी यही है। कई बार मरे नूं श्रद्धांजलि देण जाते हैं, वो चिखा तो लकड़ां चक के एक दूजे दे मारन लग जाते हैं। हुण नवां रिवाज चलिया भी अरदास भी पूरी नहीं करन दिंदे, जे एक करदा ਉਹਦੀ अरदास खंडन कर देंगे, फिर दूआ पूरी करदा। ये भी बड़ा औखा होया होया, इधर नूं तुरिया है संसार। हर जगह किस तरह का लोगों का वातावरण बनया, अंदर सहज शांति धीरज वाली गल जिहड़ी वो उड़ती जा रही है, तमाशा बनाया हुआ है। तुम संगत नहीं ना करते, जे तो संगत करन फिर तो सूझबूझ होंदी है, बिना संगत तो सोझी नहीं आती। कहना बहना सहना रहना अखर तो बड़े सरल आ, कहण दा ढंग भी हरेक को नहीं होंदा, बहना भी हरेक नूं नहीं आउंदा, किसी दा गल सहारनी ये भी बड़ी औखी है। रहना किवें है, ये संगत करके चीज़ां आउंदियां। जे कई इन्ना चिर हो गया सानू मंदिरां मसीतां गिरजियां गुरुद्वारियां च घूमदे ही रहे, लिया तो कुछ नहीं। हुण स्कूल जाके घूमते रहो, हुण की लेना। कि जिहड़ा जिग्यासा विद्यार्थी बन के जाएगा, जो नियम है वह पालना करेगा, फिर तो स्कूलों कॉलेजों यूनिवर्सिटियों चों कोई डॉक्टर बन के, कोई फिलासफर बन के, कोई इंजीनियर बन के, कोई साइंसिस्ट बन के निकलेगा। तो जिहड़े घूमण वाले आ उन्हें की लेना। गुरु घरां च भी इवें ही है, बहुत दुनिया घूमण घुमाउण च फिर रही है, वो मन भी नाल ही घूमी जाता, अंदर टिका नहीं, ना सेवा वाली भावना, ना सिमरन वाली, ना कोई सत्संग वाली। पर देखो किड्डे विद्वान बंदे है, किन्नी जिग्यासा दे नाल शरधा भगती दे नाल महाराज दे नाल वचन विलास कर रहे हैं। ते महाराज भी बड़े धीरज नाल बैठे है, काली नहीं करते भी आप अगे जाना, देखते हैं भी इन्हां दा प्यार बहुत है, ते बड़ी प्रेमा भगती देख के उन्होंने उपदेश दे रहे हैं। आओ मन में ऐसी भावना बनाइए, गुरु महाराज के पावन पवित्र उपदेश सरवण करके लाभ लईए। मन व्यक्ति की एकाग्रता लई, रसना की पवित्रता लई
ਗਜ ਵਜ ਕੇ ਬੋਲੋ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਕ ਬੋਲਣ ਕਿਆ ਜਗ ਸਿਓ ਵਾਦ। ਝਾਕਾਂ ਮਾਰਨੀਆਂ, ਫਜ਼ੂਲ ਬੋਲਣਾ ਔਰ ਸੰਸਾਰ ਵਿੱਚ ਇੱਕ ਦੂਜੇ ਨਾਲ ਬਾਅਦ ਝਗੜਾ ਕਰਨਾ, ਇਹਦੇ ਵਿੱਚੋਂ ਕੁਝ ਪ੍ਰਾਪਤ ਹੋਣ ਵਾਲਾ ਨਹੀਂ। ਕੁੰਡ ਚਰਚਾ ਜਿੱਥੇ ਹੁੰਦੀ ਇਹੀ ਕੁਛ ਹੈ ਨਾ, ਬੇਫਜ਼ੂਲੀਆਂ ਗੱਲਾਂ ਕਰੀ ਜਾਣੀਆਂ, ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਦੀ ਉਸਤਤ ਕਰ ਲਈ, ਗੱਲਾਂ ਕਰ ਕਰਕੇ ਬਹਿੰਸੀ ਜਾਂਦੇ ਆ, ਝਗੜਾ ਕਰਨ ਲੱਗ ਜਾਂਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਝੱਖ ਬੋਲਣ, ਝਖਾਂ ਮਾਰਨੀਆਂ, ਫਜ਼ੂਲ ਬਚਨ ਬੋਲਣੇ। ਸੰਸਾਰ ਵਿੱਚ ਨਾਮ ਸਿਮਰਨ ਨਾਲੋਂ, ਸਤਸੰਗ ਨੂੰ ਟੁੱਟ ਕੇ ਸੰਸਾਰ ਵਿੱਚ ਬਾਦ ਵਿਅਰਥ ਝਗੜੇ ਉਪਦਰਵ ਪੈਦਾ ਕਰਨੇ, ਇਹਨਾਂ ਚੋਂ ਪਾਤਸ਼ਾਹ ਕਹਿੰਦੇ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ। ਝੂਰ ਮਰੈ ਦੇਖੈ ਪਰਮਾਦ। ਆ ਜਿਹੜੇ ਪਰਮਾਦੀ ਲਾਪਰਵਾਹ ਲੋਕ ਆ, ਗੁਰੂ ਦੇ ਬਚਨਾਂ ਨੂੰ ਨਾ ਸੁਣਦੇ ਆ, ਨਾ ਮੰਨਦੇ ਆ, ਨਾ ਅਮਲ ਵਿੱਚ ਲਿਆਉਂਦੇ ਆ, ਤੇ ਜਿਨ੍ਹਾਂ ਨੇ ਕੁਝ ਪ੍ਰਾਪਤੀ ਕਰ ਲਈ ਉਹਨਾਂ ਨੂੰ ਦੇਖ ਦੇਖ ਝੂਰਦੇ ਆ, ਤੇ ਆਪ ਬੜੇ ਪਰਮਾਦੀ ਆ, ਲਾਪਰਵਾਹ ਆ, ਬੜੇ ਦਲਿਦਰੀ ਆ, ਆਲਸ ਦੇ ਮਾਰੇ ਹੋਏ ਆ। ਕਿਉਂਕਿ ਬਿਨਾਂ ਉਦਮ ਪ੍ਰਸ਼ਾਰਤ ਤੋਂ ਮਾਇਆ ਪਦਾਰਥ ਵੀ ਨਹੀਂ ਮਿਲਦੇ, ਵਿਦਿਆ ਵੀ ਨਹੀਂ ਮਿਲਦੀ। ਪਰਮਾਤਮਾ ਦੀ ਪ੍ਰਾਪਤੀ ਤਾਂ ਫਿਰ ਬਹੁਤਾ ਹੀ ਕਠਿਨ ਕੰਮ ਹੈ। ਉਹ ਫਿਰ ਜੇ ਕਿਸੇ ਨੂੰ ਕੁਝ ਮਿਲ ਜਾਂਦਾ, ਦੇਖ ਦੇਖ ਕੇ ਝੂਰਦੇ ਆ। ਜੇ ਤਾਂ ਫਸਲ ਹੈ ਨਹੀਂ, ਕਹਿਣਾ ਬਾਂਹ ਮਾਰਿਆ, ਇਹਦੇ ਹੈ ਕੁਝ ਨਹੀਂ। ਜੇ ਚੰਗੀ ਹੈ, ਇਹ ਇਹਨੂੰ ਹੁਣ ਲੈਣ ਆਈ ਹੋਈ ਹੈ। ਇਹਦਾ ਬੱਚਾ ਚੰਗਾ ਪੜ੍ਹ ਗਿਆ, ਤਰੱਕੀ ਕਰ ਗਿਆ। ਨਹੀਂ ਜੀ, ਬੱਚੇ ਤਾਂ ਆਪਣੇ ਵੀ ਚੰਗੇ ਪੜ੍ਹਾਈ ਕਰਦੇ ਸੀ, ਇਹਨੀ ਨਕਲ ਨੁਕਲ ਮਰਾ ਕੇ ਪੈਸੇ ਪੂਹੇ ਦੇ ਕੇ ਡਿਗਰੀ ਲੈ ਲਈ ਹੈ। ਇਹ ਇਸ ਤਰ੍ਹਾਂ ਦਾ ਕਰੀ ਜਾਣਗੇ। ਸੰਸਾਰੀ ਲੋਕਾਂ ਦਾ ਇਸ ਤਰ੍ਹਾਂ ਕੋਈ ਬੰਦਗੀ ਵਾਲਾ ਪੁਰਸ਼ ਹੈ, ਉਹਦਾ ਸਤਿਕਾਰ ਪਿਆਰ ਹੁੰਦਾ। ਆਪ ਨੇ ਕੀਤਾ ਕੁਝ ਨਹੀਂ, ਫਿਰ ਦੇਖ ਦੇਖ ਕੇ ਬੜਾ ਸਾੜਾ ਕਰਦੇ ਆ। ਇਸ ਕਰਕੇ ਕਹਿੰਦੇ ਫਿਰ ਉਹ ਝੂਰ ਝੂਰ ਕੇ ਮਰਦੇ ਆ, ਪੱਲੇ ਪੈਂਦਾ ਕੁਝ ਨਹੀਂ। ਔਰ ਇਸ ਤਰ੍ਹਾਂ ਦੇ ਜਿਹੜੇ ਪ੍ਰਮਾਦ, ਲਾਪਰਵਾਹ, ਆਲਸੀ ਔਰ ਦਲਿਦਰੀ ਪੁਰਸ਼ ਹਨ, ਜਨਮ ਮੂਏ ਨਹੀਂ ਜੀਵਨ ਆਸਾ। ਜੰਮੇ, ਕੁਝ ਚਿਰ ਸੰਸਾਰ ਤੇ ਰਹੇ, ਜੀਵਨ ਦੇ ਵਿੱਚ ਕੋਈ ਐਸੀ ਆਸ ਨਹੀਂ ਬਣਾਈ, ਨਿਰਾਸ਼ ਹੀ ਰਹੇ। ਹਰ ਵੇਲੇ ਜਿੱਥੇ ਬੈਠੋ ਰੋਣਾ ਧੋਣਾ ਹੀ ਨਹੀਂ ਮੁੱਕਦਾ ਹੈ। ਕਿਉਂਕਿ ਜੇ ਤਾਂ ਨਾ ਬਾਣੀ ਨਾਲ ਮਨ ਜੁੜ ਜਾਂਦਾ, ਪਰਮਾਤਮਾ ਦੇ ਮਿਲਣ ਦੀ ਆਸ ਵੀ ਪੂਰੀ ਹੋ ਜਾਂਦੀ, ਤੇ ਜਿਹੜੀਆਂ ਆਸਾਂ ਬੰਨੀ ਫਿਰਦੇ ਆ, ਇਹ ਕਦੀ ਪੂਰੀਆਂ ਹੁੰਦੀਆਂ ਨਹੀਂ। ਦੁਨੀਆ ਤੋਂ ਇਨਸਾਨ ਨਿਰਾਸ਼ਾ ਹੀ ਤੁਰ ਜਾਂਦਾ ਹੈ। ਪਰ ਜਿਨ੍ਹਾਂ ਦੇ ਅੰਦਰ ਭਾਵਨਾ ਦ੍ਰਿੜ ਹੈ, ਉਹਨਾਂ ਦੀ ਅਵਸਥਾ ਵੱਖਰੀ ਹੈ। ਤੇ ਸਮਾਜ ਵਿੱਚ ਮੈਨੂੰ ਉੱਚੀ ਪਦਵੀ ਮਿਲ ਜਾਏ, ਧਾਰਮਿਕ ਤੌਰ 'ਤੇ ਮਿਲ ਜਾਏ, ਰਾਜਨੀਤਿਕ ਤੌਰ 'ਤੇ ਬੜੀਆਂ ਆਸਾਂ ਲਈ ਬੈਠੇ। ਪਿੱਛੇ ਵੋਟਾਂ ਪਈਆਂ, ਕਈਆਂ ਦੀਆਂ ਆਸਾਂ ਸੀ ਨਾ,
ਆਪਾਂ ਨੂੰ ਐਤਕੀ ਝੰਡੀ ਵਾਲੀ ਮਿਲ ਜਾਊਗੀ। ਉਹ ਹੋਇਆ ਉਹਦੇ ਉਲਟੀ ਸਾਰਾ। ਫਿਰ ਨਿਰਾਸ਼ਤਾ ਆ ਗਈ। ਫਿਰ ਦੇਖਦੇ ਝੂਰਦੇ ਆ। ਕੱਲ੍ਹ ਸਾਡੇ ਕੋਲ ਝੰਡੀ ਵਾਲੀ ਹੁੰਦੀ ਸੀ, ਜਿਹੜੇ ਕੋਲੋਂ ਲੰਘਦੇ ਆ ਫਿਰ ਸਿਸਕੀਆਂ ਭਰਦੇ ਹੋ ਕੇ ਬੜੇ ਲੈਂਦੇ ਆ। ਕਾਲਾ ਕੋਠੀਆਂ ਆਪਣੇ ਕੋਲ ਹੁੰਦੀਆਂ ਸੀ। ਇਹ ਸਿਕਿਉਰਿਟੀ ਸਾਡੇ ਨਾਲ ਹੁੰਦੀ ਸੀ। ਇਹ ਲੋਕ ਸਾਨੂੰ ਸਲਾਮਾਂ ਕਰਦੇ ਸੀ। ਅੱਜ ਕੋਲੋਂ ਲੰਘ ਜਾਂਦੇ ਆ, ਕੋਈ ਅੱਖ ਵੀ ਨਹੀਂ ਰਲਾਉਂਦਾ। ਫਿਰ ਝੂਰਦੇ ਆ ਦੇਖ ਦੇਖ ਕੇ। ਇਸ ਕਰਕੇ ਫਿਰ ਆਸਾ ਪੂਰੀ ਨਹੀਂ ਹੁੰਦੀ, ਫਿਰ ਨਿਰਾਸ਼ ਹੋ ਜਾਂਦੇ ਆ। ਕਈ ਵਿਦਿਆਰਥੀ ਪੜ੍ਹਦੇ ਆ, ਮੇਰੇ ਇੰਨੇ ਮੈਰਿਟ 'ਤੇ ਨੰਬਰ ਆ ਜਾਣ, ਆਉਂਦੇ ਨਹੀਂ। ਕਈ ਜੀਵਨ ਲੀਲਾ ਹੀ ਖਤਮ ਕਰ ਲੈਂਦੇ ਆ। ਜੇ ਨਹੀਂ ਆਏ ਤਾਂ ਅਗਲੀ ਵਾਰੀ ਮਿਹਨਤ ਕਰ ਲੈ, ਫੇਰ ਆ ਜਾਣਗੇ। ਕਿਹੜੀ ਗੱਲ ਹੈ, ਮਰਨੇ ਨਾਲ ਤਾਂ ਕੋਈ ਡਿਗਰੀ ਡਿਪਲੋਮਾ ਨਹੀਂ ਮਿਲ ਜੂਗਾ। ਜਿੰਦਾ ਰਹੇਗਾ ਤਾਂ ਫੇਰ ਵੀ ਕੁਝ ਨਾ ਕੁਝ ਕਰ ਲੈਂਗਾ। ਹੋਰ ਵੀ ਕਈ ਤਰ੍ਹਾਂ ਦਾ ਹੈ, ਕਰਜ਼ਾ ਹੋ ਗਿਆ, ਫਿਰ ਜ਼ਹਿਰ ਜ਼ੂਰ ਪੀ ਲਈ। ਜਿੰਦਾ ਹੋਏਗਾ ਤਾਂ ਕਰਜ਼ਾ ਲੈ ਜਾਊਗਾ, ਮਿਹਨਤ ਕਰੇਗਾ। ਮਰਨੇ ਨਾਲ ਤਾਂ ਗੱਲ ਨਿਬੜਨੀ ਨਹੀਂ, ਨਾ ਮੁਕਤੀ ਮਿਲਣੀ ਹੈ। ਮਰਨ ਮੁਕਤ ਨੂੰ ਪਾਈ। ਉਹ ਫਿਰ ਜਿਹੜੇ ਆਸਾ ਬੜਬੜੀਆਂ ਧਾਰਦੇ ਆ, ਪੂਰੀਆਂ ਨਹੀਂ ਹੁੰਦੀਆਂ, ਫਿਰ ਨਿਰਾਸ਼ ਹੋ ਜਾਂਦੇ ਆ। ਨਿਰਾਸ਼ਤਾ ਇੰਨੀ ਵੱਧ ਜਾਂਦੀ ਹੈ, ਜੀਵਨ ਦਾ ਘਾਤ ਕਰ ਲੈਂਦੇ ਆ। ਜੀਵਨ ਦਾ ਘਾਤ, ਨਿਰਾਸ਼ਾ ਇੰਨੀ ਵੱਧ ਗਈ ਨਾ, ਨੀਂਦ ਨਹੀਂ ਆਉਂਦੀ, ਦਿਲ ਨਹੀਂ ਲੱਗਦਾ, ਇੰਨੇ ਪਰੇਸ਼ਾਨ ਹੋ ਜਾਂਦੇ ਆ। ਇਹੋ ਜਿਹੇ ਬੰਦੇ ਦਾ ਸਾਨੂੰ ਰੋਜ਼ ਮਿਲਦੇ ਆ। ਆਪਣਾ ਵਾਹ ਪੈਂਦਾ ਰਹਿੰਦਾ ਨਾ ਪਬਲਿਕ ਨੂੰ। ਸੋ ਇਸ ਕਰਕੇ ਮਹਾਰਾਜ ਦੱਸਦੇ ਆ, ਇਸ ਤਰ੍ਹਾਂ ਦੀ ਸੰਸਾਰ ਦੇ ਲੋਕਾਂ ਦੀ ਭਾਈ ਦਸ਼ਾ ਹੈ। ਆਏ ਚੱਲੇ ਭਏ ਆਸ ਨਿਰਾਸਾ। ਆ ਗਏ ਰਹੇ, ਕੋਈ ਮਹਾਂਪੁਰਖਾਂ ਦੀ, ਸਿਆਣੇ ਪੁਰਸ਼ਾਂ ਦੀ ਸੰਗਤ ਨਹੀਂ ਕੀਤੀ। ਜੀਵਨ ਨੂੰ ਸੁੰਦਰ ਜੀਵਨ ਬਣਾਉਣ ਵਾਸਤੇ ਪ੍ਰਯਤਨ ਨਹੀਂ ਕੀਤਾ। ਮਨੁੱਖ ਜਨਮ ਤਾਂ ਮਿਲ ਗਿਆ ਕਿਸੇ ਪੁੰਨ ਨਾਲ, ਪਰ ਉਹ ਕੁਸੰਗਤ 'ਚ ਪੈ ਕੇ ਕੰਮ ਪਸ਼ੂਆਂ ਨੂੰ ਵੀ ਭੈੜੇ ਕਰਦੇ ਰਹੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਕਈ ਵਾਰੀ ਕਹਿ ਦਿੰਦੇ ਬੰਦਾ ਕਾਹਦਾ, ਤਾਂ ਖੋਤਾ ਹੀ ਆ। ਖੋਤਿਆਂ ਵਾਂਗੂ ਟੀਟਣੇ ਮਾਰੀ ਜਾਣੇ, ਕੋਈ ਚੱਜ ਦਾ ਕੰਮ ਕਰਨਾ ਨਹੀਂ ਹੈ। ਬੰਦਾ ਤੇ ਡਿਗਰੀ ਫਿਰ ਇਹੋ ਜਿਹੀ ਮਿਲ ਜਾਂਦੀ ਹੈ। ਖੋਤੇ ਦੇਖੇ ਹੀ ਹੋਣੇ ਤੁਸੀਂ, ਰਾਤ ਨੂੰ ਇਕੱਠੇ ਹੋ ਜਾਂਦੇ ਹੁੰਦੇ ਆ। ਪਹਿਲਾਂ ਇੱਕ ਦੂਜੇ ਨਾਲ ਮੂੰਹ ਜੋੜਦੇ ਹੁੰਦੇ ਆ, ਜਿਹੜੇ ਜਾਂਦੇ ਆ ਨਾ, ਉਹ ਫਿਰ ਦਿਲ 'ਤੇ ਮਾਰ ਕੇ ਇੱਕ ਦੂਜੇ ਦੇ ਜਾਂਦੇ ਆ। ਆਹ ਜਿਹੜੇ ਨਸ਼ੇ ਨੁਸ਼ਿਆਂ ਵਰਤਣ ਵਾਲੇ ਬੰਦੇ ਆ, ਬਦਮਾਸ਼ੀਆਂ ਪੁੱਠੇ ਕੰਮ ਕਰਨ ਵਾਲੇ, ਪਹਿਲਾਂ ਤਾਂ ਇਕੱਠੇ ਹੁੰਦੇ ਆ, ਬਾਅਦ ਵਿੱਚ ਫਿਰ ਇਹਨਾਂ ਦੀ ਵੀ ਇਹੋ ਜਿਹੀ ਹਾਲਤ ਹੁੰਦੀ ਹੈ। ਉਹ ਜੇ ਕਿਸੇ ਧਾਰਮਿਕ ਸਥਾਨ 'ਤੇ ਚਲੇ ਗਏ, ਉੱਥੇ ਜਾ ਕੇ ਵੀ ਉਹਨੇ ਇਹੀ ਘਟਾ ਛਾਨਣਾ। ਜਿਹੜੀ ਕਿਸੇ ਦੀ ਆਦਤ ਆ, ਉਹ ਤੋਂ ਨਹੀਂ ਮਜਬੂਰ ਆ। ਗੁਰੂ ਘਰ 'ਚ ਜਾ ਕੇ ਵੀ ਕਲੇਸ਼ ਹੀ ਖੜਾ ਕਰਨਾ, ਬਦਨਾਮੀ ਦਾ ਕੰਮ ਕਰਨਾ, ਚੰਗਾ ਕੰਮ ਨਹੀਂ ਕਰਨਾ। ਆ ਦੇਖਦੇ ਹੀ ਆ ਅਖਬਾਰਾਂ 'ਚ, ਗਏ ਗੁਰੂ ਘਰ, ਉੱਥੇ ਜਾ ਕੇ ਵੀ ਆਪਣੀਆਂ ਆਦਤਾਂ ਤੋਂ ਮਜਬੂਰ ਹੈ। ਰਸ ਵਿੱਚ ਭੰਗਣਾ ਪਾਉਣੀ, ਬੇਰਸੀ ਕਰਨੀ ਆ, ਇੱਕ ਦੂਜੇ ਦੀਆਂ ਪੱਗਾਂ ਲਾਉਣੀਆਂ, ਬੇਇੱਜ਼ਤੀ ਵਾਲੇ ਕੰਮ ਕਰਨੇ। ਇਹ ਲੋਕ ਗੁਰਦੁਆਰੇ 'ਚ ਆਉਂਦੇ ਕਿਵੇਂ, ਇਹਨਾਂ ਨੂੰ ਨਿਸ਼ਰਦਕ ਕਰ ਦਈਏ। ਗੱਜ ਕੇ ਬੋਲੋ ਵਾਹਿਗੁਰੂ। ਉਹ ਕੱਲ੍ਹ ਵੀ ਆਪਣੇ ਕੋਈ ਮੈਂਬਰ ਪ੍ਰਚਾਰਕ ਆਏ, ਕਹਿੰਦੇ ਬਾਬਾ ਜੀ ਹੁਣ ਬੱਚੇ ਤਾਂ ਆਉਂਦੇ ਹੀ ਨਹੀਂ ਗੁਰਦੁਆਰਿਆਂ 'ਚ। ਮੈਂ ਕਿਹਾ ਸਾਡੀਆਂ ਕਰਤੂਤਾਂ ਨੂੰ ਦੇਖ ਦੇਖ ਕੇ ਨਾਸਤਕ ਹੋਈ ਜਾਂਦੇ ਆ। ਕਿਆ ਕੀ ਕਰਦੇ ਆ, ਪੱਗਾਂ ਲਾਉਂਦੇ ਫਿਰਦੇ ਆ।
ਗਲ ਪੈਂਦੇ ਫਿਰਦੇ ਆ ਮੱਲੋ ਮੱਲੀ, ਨਾ ਕੋਈ ਜ਼ਮੀਨ ਵੰਡਣੀ, ਨਾ ਕੋਈ ਹੋਰ ਝਗੜਾ ਰਗੜਾ, ਜਾ ਕੇ ਕੋਈ ਨਾ ਕੋਈ ਕਲੇਸ਼ ਖੜਾ ਕਰਨਾ। ਇਹ ਲੋਕਾਂ ਦਾ ਕੰਮ ਹੀ ਇਹ ਹੈ। ਇਸ ਕਰਕੇ ਕਹਿੰਦੇ ਆਏ ਸੀ ਰਹੇ ਫਿਰ ਪੜ੍ਹ। ਆਏ ਚੱਲੇ ਭਏ ਆਸ ਨਿਰਾਸਾ। ਆਏ ਸੀ, ਕੋਈ ਨੇਕ ਕੰਮ ਕਰਕੇ ਖੱਟੀ ਨਹੀਂ ਖੱਟੀ, ਸੰਗਤ ਦੀ, ਗੁਰੂ ਮਹਾਰਾਜ ਦੀ ਅਸੀਸ ਨਹੀਂ ਲਈ, ਪੁੱਠੇ ਕੰਮ ਕਰਕੇ ਦੁਰਸੀਸਾਂ ਹੀ ਲਈਆਂ, ਚਲੇ ਗਏ ਨਿਰਾਸੇ, ਚਲੇ ਗਏ। ਨਾ ਤਾਂ ਸੰਗਤ ਦੀ ਆਸ਼ੀਰਵਾਦ ਮਿਲੀ, ਨਾ ਕੋਈ ਗੁਰੂ ਪੰਥ ਦੀ ਅਸੀਸ ਮਿਲੀ। ਜਿਸ ਤਰ੍ਹਾਂ ਦੇ ਆਏ ਸੀ ਨਾ, ਉਸੇ ਤਰ੍ਹਾਂ ਦੇ ਉਹ ਚਲੇ ਜਾਂਦੇ ਹਨ। ਝੁਰ ਝੁਰ ਝੱਖ ਮਾਟੀ ਰਲ ਜਾਏ। ਬਸ ਉਹ ਦੁਇਆਂ ਦੀ ਸੋਭਾ ਵਡਿਆਈ ਦੇਖ ਕੇ ਨਾ ਬਹੁਤ ਝੂਰਦੇ ਆ। ਝੂਰਦਿਆਂ ਝੂਰਦਿਆਂ ਨੇ ਤੁਰ ਜਾਣਾ, ਅਖੀਰ ਪ੍ਰਾਣ ਨਿਕਲ ਜਾਂਦੇ। ਜਨਾਜ਼ਾ ਨਿਕਲ ਗਿਆ, ਫਿਰ ਰੱਖ ਕੇ ਚਿਖਾ ਤੇ ਨਿਕਸੋ ਫੂਕਤੇ ਹੋਏ ਗਏ ਉਹ ਸੁਆਹਾ। ਬਸ ਉਹ ਝੂਰਦਿਆਂ ਝੂਰਦਿਆਂ ਹੀ ਝੋਰਿਆਂ ਦੇ ਵਿੱਚ ਹੀ ਸੰਸਾਰ ਤੋਂ ਚਲੇ ਜਾਂਦੇ ਆ। ਕਿਉਂ ਜਿਹੜੇ ਕੰਮ ਲਈ ਆਇਆ ਸੀ ਉਹ ਤਾਂ ਕੀਤਾ ਹੀ ਨਹੀਂ। ਕਿੱਥੋਂ ਉਪਜਿਆ ਕਹਿ ਰਹੇ ਕਹਿ ਮਾਹੇ ਸਮਾਵੈ। ਇਹ ਜੀਵ ਕਿੱਥੋਂ ਪੈਦਾ ਹੋਇਆ, ਕਿਹਦੇ ਆਸਰੇ ਰਹਿ ਰਿਹਾ, ਮਰਨ ਤੋਂ ਬਾਅਦ ਜਾ ਕੇ ਕਿੱਥੇ ਇਹਦੀ ਸਮਾਈ ਹੋਣੀ ਹੈ। ਇਹਦਾ ਪੁਨਰ ਜਨਮ ਹੋਏਗਾ, ਨਰਕਾਂ ਜਾਏਗਾ, ਸਵਰਗਾਂ ਜਾਏਗਾ, ਪਸ਼ੂ ਪੰਛੀ ਕੀੜਿਆਂ ਮਕੌੜਿਆਂ ਦੀਆਂ ਜੂਨਾਂ 'ਚ ਜਾਏਗਾ, ਔਰ ਧਰਮਰਾਜ ਦੀ ਸਜ਼ਾ ਭੋਗੇਗਾ ਜਾਂ ਸਤਿਕਾਰ ਸਰੂਪਾ ਇੱਥੇ ਅੱਗੇ ਲਏਗਾ। ਇਸ ਗੱਲ ਨੂੰ ਨਹੀਂ ਇਹ ਸਮਝਦਾ। ਕੋਈ ਐਸਾ ਪਾਰਾ ਚੜ੍ਹਿਆ ਹੁੰਦਾ, ਨਾ ਕੋਈ ਮਾਂ ਪਿਓ ਦੀ ਗੱਲ, ਨਾ ਕੋਈ ਗੁਰੂ ਉਸਤਾਦ ਦੀ। ਕਹਿੰਦੇ ਸਾਡੀ ਪਰਸਨਲ ਲਾਈਫ ਹੈ, ਜਿਵੇਂ ਮਰਜ਼ੀ ਕਰੀਏ। ਹੁਣ ਤੁਸੀਂ ਤਾਂ ਜਿਵੇਂ ਮਰਜ਼ੀ ਕਰਦੇ, ਫਿਰ ਧਰਮ ਰਾਜਾ ਵੀ ਤਾਂ ਜਿਵੇਂ ਮਰਜ਼ੀ ਕਰੇਗਾ ਨਾ। ਉਹ ਵੀ ਫਿਰ ਜਮਕਾ ਡੰਡ ਮੂੰਡ ਮੈਂ ਲਾਗੇ, ਲੇਖਾ ਮੰਗੇ ਬਾਣੀਆਂ, ਰਤੀਓਂ ਮਾਸਾ ਤੋਲ ਕਢਾ ਬਣਿਆ। ਹੁਣ ਤਾਂ ਤੁਸੀਂ ਮਰਜ਼ੀ ਕਰਦੇ ਆ, ਫਿਰ ਜਮਰਾਜ ਵੀ ਤਾਂ ਮਰਜ਼ੀ ਕਰੇਗਾ ਨਾ। ਸਾਰੇ ਇੱਥੇ ਆਪਣੀ ਮਰਜ਼ੀ ਨਹੀਂ ਚੱਲਦੀ ਹੁੰਦੀ। ਇਸ ਕਰਕੇ ਫਿਰ ਉਹ ਝੂਰਦੇ ਆ ਕਿ ਮਨੁੱਖ ਜਨਮ ਮਿਲਿਆ ਸੀ, ਜ਼ਿਲ੍ਹੇ ਫਿਰ ਜਮਰਾਜ ਦੇ ਕਟਹਿਰੇ ਵਿੱਚ ਮੌਤ ਦੇ ਫਰਿਸ਼ਤੇ ਲੈ ਕੇ ਜਾਂਦੇ ਨਾ। ਇਹ ਝੂਰਦਾ, ਮੈਂ ਕੀਤਾ ਕੁਝ ਨਹੀਂ, ਹੱਥ ਜੋੜਦਾ, ਲਿਲਕੜੀਆਂ ਬੜੀਆਂ ਕੱਢਦਾ। ਉਹ ਕਹਿੰਦੇ ਸਮਾਂ ਤਾਂ ਤੈਨੂੰ ਬਹੁਤ ਮਿਲਿਆ ਸੀ, ਤੂੰ ਤਾਂ ਐਡਾ ਲਾਪਰਵਾਹ ਹੋਇਆ, ਕਿਸੇ ਨੂੰ ਸਮਝਦਾ ਕੁਝ ਨਾ। ਹੁਣ ਮੰਦੇ ਅਮਲ ਕਰਿੰਦਿਆਂ ਇਹ ਸਜ਼ਾਇਤ ਨਾ, ਜਿਹੜੇ ਮਾੜੇ ਕਰਮ ਕਰਦੇ ਫਿਰ ਸਜ਼ਾ ਤਾਂ ਭੋਗਣੀਆਂ ਪੈਣੀਆਂ। ਫਿਰ ਪਾਤਸ਼ਾਹ ਕਹਿੰਦੇ ਪਛਤਾਉਂਦਾ ਹੈ। ਪਹਿਲਾਂ ਪਛਤਾਪ ਕਰਦਾ, ਪ੍ਰਾਸ਼ਚਿਤ ਕਰਦਾ। ਐਸਾ ਕੰਮ ਬੁਲੇ ਨਾ ਕੀਚਿਆ ਜਿਤ ਅੰਤ ਪਛੋਤਾਈ ਹੈ। ਅੰਤ ਨੂੰ ਪਛਤਾਪ ਕਰਨਾ ਪਏਗਾ। ਸੋ ਇਸ ਵਾਸਤੇ ਉਦੋਂ ਨਹੀਂ ਸੋਚਦਾ। ਉਸ ਵੇਲੇ ਦਾ ਕਹਿੰਦਾ ਆ ਜਗ ਮਿੱਠਾ ਅਗਲਾ ਕਿਨ ਡਿੱਠਾ। 4 ਦਿਨ ਦੀ ਚਾਂਦਨੀ ਫਿਰ ਅੰਧੇਰੀ ਰਾਤ। ਈਟ ਡਰਿੰਕ ਵੀ ਮੈਰੀ, ਖਾਓ ਪੀਓ ਮੌਜ ਉਡਾਓ। ਫਿਰ ਮੌਜਾਂ ਉਡਾਉਂਦਿਆਂ ਨੂੰ ਫਿਰ ਤਾਂ ਅਖਬਾਰਾਂ 'ਚ ਵੀ ਦੇ ਦਿੰਦੇ ਆ। ਹਾਲਾਂ ਬਾਣੀ ਦੇਣੀ ਨਹੀਂ ਚਾਹੀਦੀ ਅਖਬਾਰਾਂ 'ਚ, ਇਸ਼ਤਿਹਾਰ ਦੇ ਦਿੰਦੇ ਆ, ਬੇਅਦਬੀ ਕਰਦੇ ਆ।
ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਬਾਜ ਪਏ ਇਸ ਰੱਬ ਦੇ ਇਸ ਰੱਬ ਦੇ ਕੇਲਾਂ ਬਿਸਰੀਆਂ। ਪਹਿਲਾਂ ਤਾਂ ਬੜੀਆਂ ਖੇਲਾਂ ਖੇਲਦਾ ਸੀ ਨਾ, ਜਿਹੜੇ ਉਹ ਘੰਟੀ ਮਰੋੜ ਦਿੰਦੇ ਆ ਵਿੱਚ ਇਹ ਰਹਿ ਜਾਂਦੀਆਂ ਖੇਲਾਂ ਖੂਲਾਂ। ਸੋ ਇਸ ਵਾਸਤੇ ਉਦੋਂ ਤਾਂ ਇੰਨਾ ਲਾਪਰਵਾਹ ਪ੍ਰਮਾਦੀ ਹੋਇਆ ਹੋਇਆ। ਪੁੰਨ ਦਾਨ ਨਹੀਂ ਸੰਤਨ ਸੇਵਾ, ਨਾ ਕੋਈ ਪੁੰਨ ਨਾ ਕੋਈ ਦਾਨ, ਨਾ ਕੋਈ ਵਿਦਵਾਨ ਤੱਤਵੇ ਤੇ ਗਿਆਨ ਮਹਾਂਬਾਨ ਮਹਾਂਪੁਰਖਾਂ ਦੀ ਸੰਗਤ ਕਰਕੇ ਕੋਈ ਸੋਝੀ ਸਮੱਤ ਲੈਣੀ ਆ। ਉਦੋਂ ਤਾਂ ਬਸ ਫਿਰ ਟੇਢੀ ਭਾਗ ਟੇਢੇ ਚੱਲੇ ਲਾਗੇ ਵੀਰੇ ਖਾਨ। ਫਿਰ ਟੇਢੀ ਜਿਹੀ ਪੱਗ ਬਣ ਲਈ ਰਾਂਝੇ ਬਣ ਗਏ, ਟੇਢੀ ਚਾਲ ਚੱਲਦੇ ਆ। ਫਿਰ ਬੀੜੇ ਖਾਂਦੇ ਆ, ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ। ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਫਿਰ ਤਾਂ ਐਸਾ ਬਣ ਜਾਂਦਾ ਹੈ ਭਾਈ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਆ, ਗੁਰਮੁਖ ਪਿਆਰਿਓ, ਜਿਹਨੇ ਮੌਤ ਔਰ ਪਰਮਾਤਮਾ ਦਾ ਭੈ ਜਾਣ ਕੇ ਮਨੁੱਖ ਜਨ ਦੀ ਮਹਾਨਤਾ ਨੂੰ ਸਮਝਦਿਆਂ ਹੋਇਆਂ ਕਦਰ ਕੀਤੀ, ਪਰਮਾਤਮਾ ਅੱਗੇ ਸ਼ੁਕਰਾਨਾ ਕੀਤਾ, ਸਾਨੂੰ ਮਨੁੱਖ ਦੇ ਮਿਲੀ ਹੈ ਸੰਗਤ ਕਰਕੇ ਅਮੋਲਕ ਜਨਮ ਨੂੰ ਸਫਲ ਕਰੀਏ। ਔਰ ਜਿਹੜੀ ਗੁਰੂ ਨੇ ਚਾਲ ਚਲਾਈ ਉੱਤੇ ਚੱਲੀਏ। ਇਹ ਤਾਂ ਬਖਸ਼ਿਸ਼ ਦੇ ਪਾਤਰ ਬਣ ਜਾਈਦਾ, ਨਹੀਂ ਤਾਂ ਫਿਰ ਝੂਰਦਾ ਹੱਥ ਮਲਦਾ ਪਸ਼ਚਾਤਾਪ ਕਰਦਾ ਹੋਇਆ ਸੰਸਾਰ ਤੋਂ ਚਲੇ ਜਾਂਦਾ ਹੈ। ਝੋਰ ਝੋਰ ਝੱਕ ਮਾਟੀ ਰਲ ਜਾਏ। ਬਸ ਝੂਰਦਾ ਝਖਾਂ ਮਾਰਦਾ ਸਮਾਂ ਬਤੀਤ ਕਰ ਗਿਆ। ਇੱਕ ਦਿਨ ਆ ਗਿਆ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੁੰਦਾ ਸੀ। ਇਹ ਸਰੀਰ ਜਿਹੜਾ ਸੀ ਦਾ ਸੰਸਕਾਰ ਹੋ ਗਿਆ, ਫਿਰ ਮਿੱਟੀ ਵਿੱਚ ਰਲ ਜਾਂਦਾ ਹੈ। ਔਰ ਮਿੱਟੀ ਵਿੱਚ ਰਲ ਕੇ ਮਿੱਟੀ ਦਾ ਰੂਪ ਹੋ ਜਾਂਦਾ। ਜਿਹੜੀ ਜੀਵਾਤਮਾ ਉਹ ਜਿਸ ਤਰ੍ਹਾਂ ਦੇ ਕਰਮ ਕੀਤੇ ਹਨ ਉਹਨਾਂ ਦਾ ਫਲ ਭੁਗਤਾਉਣ ਵਾਸਤੇ ਉਸ ਤਰ੍ਹਾਂ ਜੂਨਾਂ ਦੇ ਵਿੱਚ ਪਰਮਾਤਮਾ ਇਹਨਾਂ ਨੂੰ ਭੇਜ ਦਿੰਦਾ ਹੈ। ਕਹਿੰਦੇ ਵਿਸ਼ੇਸ਼ਟ ਜੀ ਮਹਾਰਾਜਾ ਦਸ਼ਰਥ ਦੇ ਦਰਬਾਰ ਵਿੱਚ ਉਹਨਾਂ ਦੇ ਜਗਿਆਸੂ ਸ਼ੇਸ਼ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਵੀ ਬੈਠੇ ਹੈ। ਇੱਕ ਕੀੜਾ ਦਸ਼ਰਥ ਦੇ ਰਾਤ 'ਤੇ ਚੜ੍ਹ ਰਿਹਾ, 21 ਵਾਰੀ ਕੋਸ਼ਿਸ਼ ਕੀਤੀ, ਨੀਚੇ ਗਿਰ ਜਾਂਦਾ ਸੀ। ਹੁਣ ਜਿਹਦੀ ਦ੍ਰਿਸ਼ਟੀ ਉਹ ਤਾਂ ਦੇਖ ਸਕਦਾ, ਦੂਏ ਨੇ ਤਾਂ ਇਹ ਦੇਖਣਾ ਵੀ ਕੀੜਾ ਹੀ ਹੈ। ਮਹਾਰਾਜ ਹੱਸ ਪਏ ਤੇ ਸ਼੍ਰੀ ਰਾਮ ਚੰਦਰ ਦੇ ਗੁਰੂ ਸ਼੍ਰੀ ਵਸ਼ਿਸ਼ਠ ਜੀ ਕਹਿਣ ਲੱਗੇ ਕਿ ਰਾਮ ਚੰਦਰ ਜੀ ਤੁਸੀਂ ਕਿਉਂ ਹੱਸੇ ਸਭਾ ਵਿੱਚ? ਕਹਿੰਦੇ ਮਹਾਰਾਜ ਆਪ ਜਾਣਦੇ ਹੀ ਆ। ਕਹਿੰਦੇ ਇਹ ਤਾਂ ਗੱਲ ਠੀਕ ਆ, ਜਿੰਨੀ ਆ ਸੰਗਤ ਬੈਠੀ ਇਹ ਥੋੜ੍ਹੀ ਜਾਣਦੀ ਹੈ। ਕਹਿੰਦੇ ਮਹਾਰਾਜ ਇਹ ਕੀੜਾ 21 ਵਾਰੀ ਸਵਰਗ ਦਾ ਇੰਦਰ ਬਣਿਆ। ਹੁਣ ਇਹ ਆਪਣੇ ਕਰਮਾਂ ਨਾਲ ਕੀੜਾ ਬਣ ਗਿਆ। ਰਾਜਗੱਦੀ ਦੀ ਭੁੱਖ ਨਹੀਂ ਜਾ ਰਹੀ। ਇਹ ਮੇਰੇ ਪਿਤਾ ਦੇ ਤਖ਼ਤ 'ਤੇ ਚੜ੍ਹਨਾ ਚਾਹੁੰਦਾ, ਫਿਰ ਡਿੱਗ ਪੈਂਦਾ। ਮਹਾਰਾਜ ਕਹਿਣ ਲੱਗੇ ਸ਼੍ਰੀ ਵਸ਼ਿਸ਼ਠ ਜੀ, ਇਹ ਕਹਿਣਗੇ ਗੁਰੂ ਚੇਲਾ ਗਪੌੜੇ ਮਾਰਦੇ ਆ, ਇਹਨਾਂ ਨੂੰ ਦਿਵ ਦ੍ਰਿਸ਼ਟੀ ਦਿਓ, ਦੇਖ ਲੈਣ ਕਿ ਗੱਲ ਸਹੀ ਹੈ। ਤੇ ਸ਼੍ਰੀ ਰਾਮ ਚੰਦਰ ਜੀ ਨੇ ਥੋੜ੍ਹੇ ਸਮੇਂ ਲਈ ਸਭ ਨੂੰ ਦਿਵ ਦ੍ਰਿਸ਼ਟੀ ਦਿੱਤੀ। ਦੇਖਿਆ ਵਾਕਿਆ ਹੀ ਇਸ ਸਵਰਗ ਦਾ ਇੰਦਰ ਸੀ ਤੇ ਅੱਜ ਕੀੜਾ ਬਣਿਆ ਹੋਇਆ। ਕਿਉਂਕਿ ਪੁੰਨਮ ਖਿਣ ਤੇ ਮਾਰਤ ਲੋਕ ਹੈ, ਜਿਹੜੇ ਪੁੰਨ ਨਾਸ ਹੋ ਜਾਂਦੇ ਆ, ਇਸ ਮਾਤ ਲੋਕ ਵਿੱਚ ਧੱਕੇ ਖਾਣੇ ਪੈਂਦੇ ਆ। ਇਸ ਵਾਸਤੇ ਮਨੁੱਖ ਜਨਮ ਮਿਲਿਆ, ਅਸੀਂ ਇਹਦੀ ਕਦਰ ਨਹੀਂ ਕਰ ਰਹੇ। ਸਮੇਂ ਦਾ ਟਾਈਮ ਟੇਬਲ ਨਹੀਂ ਬਣਾਇਆ, ਕਿੰਨੇ ਵਜੇ ਉੱਠਣਾ,
ਕਰਮ ਕਿਰਿਆ ਕਰਨੀ, ਇਸ਼ਨਾਨ ਪਾਣੀ ਕਰਨਾ, ਨਾਮ ਅਭਿਆਸ, ਬਾਣੀ ਪੜ੍ਹਨੀ ਹੈ, ਸੰਗਤ ਜਾਣਾ, ਕਿਰਤ ਦਾ ਸਮਾਂ, ਕਥਾ ਕੀਰਤਨ, ਸ਼ਾਮ ਦੇ ਨਿਤਨੇਮ ਦਾ। ਬਸ ਜਿੱਥੇ ਬਹਿ ਗਏ ਜਕੜ ਮਾਰੀ ਜਾਣੇ ਆ, ਸਮੇਂ ਨੂੰ ਨਸ਼ਟ ਕਰੀ ਜਾਣਾ। ਜਿਹੜੇ ਇਹੋ ਜਿਹੇ ਬੰਦੇ ਆ ਉਹਨਾਂ ਨੇ ਸੰਸਾਰ 'ਤੇ ਕੀ ਖੱਟੀ ਖੱਟਣੀ ਹੈ, ਅਤੇ ਜਿਹੜੇ ਸਮੇਂ ਦੀ ਕਦਰ ਕਰਦੇ ਸਮਾਂ ਵੀ ਉਹਨਾਂ ਦੀ ਕਦਰ ਕਰਾ ਦਿੰਦਾ। ਜਿਹੜਾ ਸਮੇਂ ਦੀ ਕਦਰ ਨਹੀਂ ਕਰਦੇ ਸਮਾਂ ਉਹਨਾਂ ਦੀ ਬੜੀ ਨਰਾਦਰੀ ਕਰਾਉਂਦਾ ਹੈ। ਇਸ ਵਾਸਤੇ ਉਹ ਜਿਹੜੇ ਇਸ ਤਰ੍ਹਾਂ ਦੇ ਆ ਜਿਹਦੇ ਪੱਲੇ ਕੁਝ ਨਹੀਂ ਪੈਂਦਾ, ਉਹ ਫਿਰ ਝੂਰਦੇ ਹੋਏ ਇੱਕ ਦਿਨ ਉਹ ਆ ਜਾਂਦਾ ਅਤੇ ਸਰੀਰ ਫੂਕਿਆ ਗਿਆ ਅਤੇ ਮਿੱਟੀ ਵਿੱਚ ਰਲ ਜਾਂਦੇ। ਕਾਣੀ ਕੌਡੀ ਉਹਨਾਂ ਦੇ ਜੀਵਨ ਦਾ ਮੁੱਲ ਨਹੀਂ ਪੈਂਦਾ। ਲੋਕ ਵੀ ਕਹਿ ਦਿੰਦੇ ਆ ਗਲੋਂ ਲਿਆ, ਇਹਨੇ ਕਿਹੜਾ ਕੋਈ ਚੰਗਾ ਕੰਮ ਕੀਤਾ ਸੀ। ਆਂਢ ਗੁਆਂਢ ਨੂੰ ਵੀ ਸੂਲੀ ਟੰਗਿਆ ਹੋਇਆ ਸੀ। ਉਹਨੂੰ ਇਸ ਤਰ੍ਹਾਂ ਦੇ ਸਰੂਪੇ ਫਿਰ ਮਿਲਦੇ ਆ। ਅਤੇ ਜਿਹੜੇ ਗੁਰਮੁਖ ਪਿਆਰੇ ਹੈ ਉਹਨਾਂ ਦਾ ਜੀਂਦਿਆਂ ਵੀ ਮਰਨ ਤੋਂ ਬਾਅਦ ਵੀ ਸਤਿਕਾਰ ਹੁੰਦਾ, ਅਤੇ ਜਿਹਨਾਂ ਦੇ ਫਿਰ ਕਰਮਹੀਣ ਆ ਜੀਂਦਿਆਂ ਵੀ ਲਾਹਨਤਾਂ, ਮਰਨ ਤੋਂ ਬਾਅਦ ਵੀ ਲਾਹਨਤਾਂ ਹੀ ਆ। ਹੁਣ ਧੰਨ ਗੁਰੂ ਅਰਜਨ ਸਾਹਿਬ ਵੀ ਇਸ ਸੰਸਾਰ 'ਤੇ ਕਿਰਪਾ ਕਰਕੇ ਗਏ। ਚੰਦੂ ਹੁਣੀ ਵੀ ਆਏ ਆ। ਇਤਿਹਾਸ 'ਚ ਨਾਂ ਤਾਂ ਚੰਦੂ ਦਾ ਵੀ ਹੈਗਾ, ਗੰਗੂ ਦਾ ਵੀ ਹੈਗਾ। ਲਾਹਨਤਾਂ ਹੀ ਪੈਂਦੀਆਂ ਨਾ, ਲਾਹਨਤਾਂ ਪੈਂਦੀਆਂ। ਕੰਮ ਸਿੱਧੇ ਨਹੀਂ ਕੀਤੇ, ਪੁੱਠੇ ਕਰਦੇ ਰਹੇ ਨਾ। ਇਸ ਵਾਸਤੇ ਕਹਿੰਦੇ ਫਿਰ ਉਹ ਐਸੇ ਲੋਕ ਝੂਰਦੇ ਚਲੇ ਜਾਂਦੇ ਆ, ਮਿੱਟੀ ਵਿੱਚ ਰਲ ਜਾਂਦੇ ਹਨ। ਕਾਲ ਨਾ ਚਾਂਪੈ ਹਰ ਗੁਣ ਗਾਏ। ਕਹਿੰਦੇ ਮਹਾਰਾਜ ਫੇਰੇ ਕਿਵੇਂ ਬਚਿਆ ਜਾਏ। ਕਾਲ ਉਹਨਾਂ ਨੂੰ ਚਾਪੇ ਦਬਾਵੇ ਨਾ, ਕਾਲ ਦੇ ਭੈ ਤੋਂ ਮੁਕਤ ਹੋ ਜਾਣ ਜੇ ਕਹਿੰਦੇ ਹਰੀ ਦੇ ਗੁਣ ਗਾਏ। ਮਹਾਰਾਜਾ ਬਿਕਰਮਾਜੀਤ ਹੋਇਆ ਉਜੈਨ ਦੇ ਵਿੱਚ। ਭਰਥਰੀ ਜੀ ਉਹਨਾਂ ਦੇ ਵੱਡੇ ਭਰਾ ਸੀ, ਉਹ ਸਾਧੂ ਹੋ ਗਏ ਸੀ। ਉਹਨਾਂ ਦੇ ਗ੍ਰੰਥ ਵੀ ਮਿਲਦੇ ਆ। ਨੀਤੀ ਸ਼ਤਕ ਆ, ਸ਼ਿੰਗਾਰ ਸ਼ਤਕ, ਬੈਰਾਗ ਸ਼ਤਕ ਆ। ਆਮ ਸਾਡੇ ਸਾਧੂ ਸਮਾਜ ਵਿੱਚ ਉਹ ਜਿਹੜਾ ਬੈਰਾਗ ਸ਼ਤਕ ਨਾਮ ਦਾ ਗ੍ਰੰਥ ਆ, ਉਹ ਆਮ ਸੰਪਰਦਾ ਦੇ ਵਿਦਿਆਰਥੀ ਪੜ੍ਹਦੇ ਆ। ਬਹੁਤ ਸੁੰਦਰ ਗ੍ਰੰਥ ਹੈ, ਕਿਉਂ ਵਿਦਵਾਨ ਵੀ ਬੜੇ ਸੀ। ਉਹਨਾਂ ਤੋਂ ਛੋਟੇ ਬਿਕਰਮਾਜੀਤ ਸੀ, ਇਹ ਵੀ ਬੜੇ ਧਰਮੀ ਰਾਜੇ ਸੀ। ਐਸਾ ਸਮਾਂ ਆਇਆ ਕਿ ਪਾਣੀ, ਬੌਲੀਆਂ, ਖੂਹਾਂ ਸਭ ਪਾਸੇ ਸੁੱਕ ਗਿਆ। ਪਾਣੀ ਨਾ ਮਿਲਣ ਕਰਕੇ ਦੁਨੀਆ ਬਹੁਤ ਮਰਨ ਲੱਗ ਪਈ। ਰਾਜਾ ਬੜਾ ਧਰਮੀ ਸੀ ਕਿ ਕੀ ਮੇਰੇ ਤੋਂ ਪਾਪ ਹੋਇਆ ਕਿ ਮੇਰੀ ਪ੍ਰਜਾ ਇਸ ਤਰ੍ਹਾਂ ਮਰ ਰਹੀ ਹੈ। ਕਿੰਨੀਆਂ ਲਾਸ਼ਾਂ ਜਾਣੀਆਂ, ਸੰਸਕਾਰ ਉਨੀਆਂ ਮਗਰ ਹੋਰ ਆ ਜਾਂਦੀਆਂ। ਬੜੇ ਚਿੰਤਾਤਰ ਸੀ। ਅੱਜ ਨਹੀਂ ਇਸ ਤਰ੍ਹਾਂ ਦੀ ਚਿੰਤਾ ਕਰਦਾ ਕੋਈ। ਹੁਣ ਤਾਂ ਕਹਿੰਦੇ ਅਸੀਂ ਸਾਡਾ ਪਰਿਵਾਰ ਸੁਰੱਖਿਅਤ ਰਹੇ, ਪ੍ਰਜਾ ਮਰਦੀ ਮਰੀ ਜਾਏ, ਕੌਣ ਪੁੱਛਦਾ। ਪਰ ਉਹ ਲੋਕ ਧਰਮੀ ਸੀਗੇ। ਮਹਾਰਾਜ ਇਸ ਵਿਚਾਰ ਵਿੱਚ ਹਨ। ਉਹਨਾਂ ਨੂੰ ਇੱਕ ਸੰਨਿਆਸੀ ਮਹਾਂਪੁਰਖ ਮਿਲੇ। ਉਹ ਕਹਿਣ ਲੱਗੇ, ਹੇ ਰਾਜਨ, ਤੂੰ ਬੜਾ ਧਰਮੀ ਰਾਜਾ ਹੈ। ਤੇਰੇ ਰਾਜ ਵਿੱਚ ਸਾਰੀ ਪ੍ਰਜਾ ਨੂੰ ਸੁੱਖ ਹੈ, ਸਾਨੂੰ ਸਾਧੂਆਂ ਨੂੰ ਵੀ ਸੁੱਖ ਹੈ ਕਿ ਸਾਨੂੰ ਭਜਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਹੈ। ਦੁਸ਼ਟ ਲੋਕ ਹੁਣ ਤੇ ਭਜਨ ਵੀ ਨਹੀਂ ਨਾ ਕਰ ਦਿੰਦੇ ਕਿ ਜੇ ਰਾਜ ਚੰਗਾ ਹੋਵੇ ਫਿਰ ਭਜਨ ਵਾਲਿਆਂ ਨੂੰ ਵੀ, ਸਾਰਿਆਂ ਨੂੰ ਸੁੱਖ ਸੁਵਿਧਾ ਹੁੰਦੀ ਹੈ।
चिंता विच क्यों हो? कहंदे महाराज पानी की घाट पै गई है, नदियाँ बौलियाँ खूह सब सुक गए। कहन लगे फिर तुम ऐसे करो, फलानी जगह जिहड़ा सरोवर उहदे किनारे गंगा का मंदिर है, उत्थे जाके पूजा करो, तुहाडी भावना पूरी हो जाएगी। महाराज सतवचनी सी उत्थे चले गए, उन्हें जाके पूजन किया, अरदास की। एक माता प्रगट हुई, उसने पानी का लोटा दिता। कहंदे पानी का लोटा एक खूह विच पा दिओ, जिन्ने तेरे राज विच खूह बौलियां नदियां सब पानी नाल भर जाणगियां। वो लोटा लैके आ गए। रास्ते च एक बुढ़ी माता बैठी है कि महाराज मैं प्यास न मर रही हाँ, पानी चाहिए। कहंदे लो माता जी लोटा लै लो। वो कहन लगे महाराजा तुसीं भी प्यासे हो, तुहाडा परिवार भी, तुहाडियां राणियां भी प्यासियां हन। वो कहंदे वो गल बाद दी है, पहलां तुसीं रास्ते च बजुर्ग प्यासे मिल जाए तुसीं पी लो, वो गल बाद दी है। वो माता बड़ा हसी, कहन लगी कमाल दी गल है, ये राजा स्वार्थी नहीं है परमार्थी है। कहंदे मैं बुढ़ी नहीं गंगा देवी हैं, तेरे अजैन दे नाल शिप्रा नाम की नदी विच हमेशा बगदी रहूँगी, तेरे राज विच कदी काल नहीं पवेगा। ये सी उन्हां धर्मी राजियां दीयां कहानियां। अज आ धर्म का बोलबाला चार चफेरे बड़ा फैलिया होया है। महाभारत विच ये गल आई है, धरती दे जिन्ना पाप हुंदा उहदा 6वां हिस्सा राजे नूं भोगना पैंदा। जे राजा धर्मी होएगा संसार ते धर्म होएगा, जे राजा कुकर्मी बन जाए सारी सृष्टि कुकर्म विच लग जाएगी। उन्हां महापुरखां ने ग्रंथां विच ये बचन लिखे है, अनुभवी लोग सीगे। हुण असीं ना तां उन्हां महापुरखां दे बचनां नूं सुणदे हैं, ना लोड़ है। ते हुण तां तुहाडा भी इस तरह ही है कि भाई दारू शारू मिल जाए, होर नशा मिल जाए, उदों फिर सारा कुछ भुला के कई कुछ करते हैं। फिर जो हुंदा सामने हुंदा। सो इस वास्ते महाराज दसदे कि इंसान झूरदा है जदों अनेक प्रकार दीयां सासना संकट कलेश दे सामने आ जाते हैं। वो समत दे रहे हैं। काल न चंपै हर गुण गाए। चाहे राजा है चाहे प्रजा, कोई अमीर है गरीब कोई है, बुद्धिवान या थोड़ी बुद्धि वाला, जड़ा भी हरि दे गुण गाउंदा उन्होंने काल चापे दबावेगा नहीं। वो अकाल की शरण में जाके सुख पाएगा। अज हुण असीं लोकां ने परमात्मा ने सानू सारा कुछ शुद्ध दिता, असीं गंदियां ने सारा कुछ गंदा कर दिता। गंगा नूं सारा हिंदुस्तान मन रहा, ते गंगा जिहड़ी है गंगा थोड़ी रहन दित्ती है। सारा गंद जिहड़ा गंगा विच, सतलुज लै लो गंदा नाला बनिया, ब्यास लै लो बस बंजर बनिया पिया। अगे कई तां कीरतपुर अस्थियां पाउंदे सी ना, वो भी इत्थे भी घाट बनाता भी आपां कित्थे जावांगे, इत्थे नेड़े काम कर लिया करांगे। हुण जिथे आस्थियां पाउंदे सी वो सारा ही सुक्का पिया। अभ्यास देखिया जाके, मैं तो परसों मत्था टेकण गया सी गोंदवाल साहब, देखिया
ਸਾਰਾ ਬਰੇਤਾ ਬਣਿਆ ਪਿਆ, ਤੇ ਹੁਣ ਪਾਣੀ ਥੱਲੇ ਜਾ ਰਿਹਾ ਹੈ। ਦਰਿਆਵਾਂ ਦਾ ਆਸਰਾ ਹੁੰਦਾ, ਦਰਿਆ ਗੰਦੇ ਨਾਲੇ ਬਣਾਤੇ। ਰੱਬ ਨਾ ਕਰੇ ਤੇ ਪਾਣੀ ਤੋਂ ਬਿਨਾਂ ਲੋਕਾਂ ਦੀ ਦੁਰਦਸ਼ਾ ਕੀ ਹੋਊਗੀ। ਉਹ ਤਾਂ ਅਸੀਂ ਇਸ ਤਰ੍ਹਾਂ ਦੇ ਬਣਾਤੇ। ਇੱਕ ਆ ਮਲਸੀਆਂ ਦੇ ਨਾਲ ਬੇਈ ਵਗਦੀ ਹੈ, ਉਹਨੂੰ ਦੇਖ ਲਿਓ ਜਾ ਕੇ। ਗੱਡੀ ਕਾਰ 'ਚ ਲੰਘਦੇ ਆ, ਨਾਸਾਂ ਮੂਹਰੇ ਲੀੜਾ ਲੈ ਕੇ ਲੰਘਣਾ ਪੈਂਦਾ, ਇੰਨੀ ਸੜਿਆਨ ਉੱਭਰੀ ਹੋਈ ਹੈ। ਰੌਲਾ ਸਾਰੇ ਪਾਈ ਜਾਂਦੇ ਆ, ਪਰ ਕਿਸੇ ਦੀ ਤਵੱਜੋ ਕਿਸੇ ਦੀ ਵੀ ਹੈ ਨਹੀਂ। ਇੱਕ ਦੂਏ ਨੂੰ ਕਹੀ ਜਾਂਦਾ, ਅਮਲ ਕੋਈ ਨਹੀਂ। ਸੋ ਮਹਾਰਾਜ ਕਹਿੰਦੇ ਫਿਰ ਇਨਸਾਨ ਦੇ ਉੱਤੇ ਜਿਹੜੇ ਬਿਪਤਾ ਦੇ ਪਹਾੜ ਡਿੱਗਦੇ ਆ, ਫਿਰ ਝੂਰਦਾ ਸਮੇਂ ਦੇ ਨਾਲ। ਅਸੀਂ ਸਮੇਂ ਦੀ ਸੰਭਾਲ ਨਹੀਂ ਕੀਤੀ, ਤੇ ਮਹਾਰਾਜ ਕਹਿੰਦੇ ਜੇ ਤਾਂ ਪਈ ਔਰ ਪਰਮਾਤਮਾ ਦੀ ਪ੍ਰਕਿਰਤੀ ਦੇ ਨਾਲ ਖਿਲਵਾੜ ਨਹੀਂ ਕਰਾਂਗੇ, ਆਪਣੇ ਜੀਵਨ ਨਾਲ ਖਿਲਵਾੜ ਨਹੀਂ ਕਰਾਂਗੇ, ਇਹ ਕਾਲ ਨਾ ਚਾਪੇ। ਕਾਲ ਇਹਨੂੰ ਦਬਾਏਗਾ ਨਹੀਂ, ਬਲਕਿ ਸਮਾਂ ਇਹਦੀ ਮਦਦ ਕਰੇਗਾ। ਹਰ ਗੁਣ ਗਾਏ। ਇਹ ਸਮਾਂ ਸਫਲ ਹੋਵੇ ਕਿਵੇਂ? ਆਪਣਾ ਵੀ ਸਵੱਛ ਕਰੋ, ਆਲਾ ਦੁਆਲਾ ਹਰ ਚੀਜ਼ ਸਵੱਛ ਕਰੋ, ਇਹ ਕਾਲ ਨਹੀਂ ਚਾਪੇਗਾ, ਦਬਾਏਗਾ। ਇਹ ਸ਼ੁੱਧਤਾ ਪਵਿੱਤਰਤਾ ਆਏਗੀ ਕਿਵੇਂ? ਹਰੀ ਦੇ ਗੁਣ ਗਾਉਣ ਨਾਲ ਇਹ ਭਾਵਨਾ ਬਣੇਗੀ, ਕਿਉਂਕਿ ਹਰੀ ਦੇ ਗੁਣ ਗਾਉਣ ਵਾਲਾ ਪਰਉਪਕਾਰੀ ਬਣ ਜਾਂਦਾ ਹੈ, ਸਦਾਚਾਰੀ ਬਣ ਜਾਂਦਾ ਹੈ। ਜਿਹੜਾ ਪਰਮਾਤਮਾ ਦਾ ਨਾਮ ਤਿਆਗ ਦਿੰਦਾ ਉਹ ਦੁਰਾਚਾਰੀ ਬਣ ਜਾਂਦਾ ਹੈ, ਅਧਰਮੀ ਬਣ ਜਾਂਦਾ ਹੈ, ਕੁਕਰਮੀ ਬਣ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਦੱਖਣ ਦੇਸ਼ ਮਹਾਰਾਸ਼ਟਰ 'ਚ ਔਰ ਦੱਖਣੀ ਓਂਕਾਰ ਦਾ ਨਾਮ ਮੰਦਰ, ਉੱਥੇ ਪੰਡਤਾਂ ਦੇ ਨਾਲ ਗਿਆਨ ਚਰਚਾ ਕਰਦੇ ਹੋਏ ਇਹ ਦੱਖਣੀ ਓਂਕਾਰ ਨਾਮ ਦੀ ਬਾਣੀ ਦੁਆਰਾ ਸਾਰੀ ਸੋਝੀ ਸਮਤ ਬਖਸ਼ਿਸ਼ ਕਰਦੇ ਹਨ। ਪਾਈ ਨਵ ਨਿਧ ਹਰ ਕੈ ਨਾਏ। ਆ ਮਾਇਆ ਪਦਾਰਥਾਂ ਲਈ ਲੱਟੂ ਮੱਟੂ ਲੁੱਟ ਖਸੁੱਟ ਕਰਦੇ ਆ, ਜਿਵੇਂ ਵੀ ਢਿੱਡ ਭਰੇ ਭਰ ਲਈਏ। ਮਹਾਰਾਜ ਕਹਿੰਦੇ ਜੇ ਨਾਮ ਜਪੋ ਨਾ ਤੇ ਬਰਕਤਾਂ ਸ਼ੁਰੂ ਹੋ ਜਾਂਦੀਆਂ। ਪਾਈ ਨਵ ਨਿਧ ਹਾਂ ਜੀ ਅੱਗੇ ਹਰ ਕੈ ਨਾਏ। ਹਰੀ ਦੇ ਨਾਮ ਦੀ ਕਮਾਈ ਕਰਨੇ ਨਾ 9 ਨਿਧੀਆਂ 18 ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ, ਉਹਨਾਂ ਦੇ ਚਰਨ ਸੇਵਕ ਇੱਕ ਸੰਤ ਬਿਸ਼ਨ ਸਿੰਘ ਹੋਏ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲੇ ਦਰਸ਼ਨ ਲਈ ਆ ਗਏ। ਕਹਿਣ ਲੱਗੇ ਸੰਤ ਜੀ ਤੁਹਾਡੇ 'ਚ ਕੋਈ ਕਰਾਮਾਤ ਹੈ, ਕੋਈ ਦਿਖਾਉਣਾ ਕਰੋ। ਉਹ ਕਹਿਣ ਲੱਗੇ ਤੂੰ ਰਾਜਾ ਹੈ, ਤੇਰਾ ਕੋਈ ਲੰਗਰ ਚੱਲਦਾ ਹੈ? ਕਹਿੰਦੇ ਨਹੀਂ ਮਹਾਰਾਜ ਸਾਡਾ ਤਾਂ ਕੋਈ ਲੰਗਰ ਨਹੀਂ ਚੱਲ ਰਿਹਾ। ਕਹਿੰਦੇ ਫਿਰ ਗੁਰੂ ਨਾਨਕ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਨਾਲ ਇਹ ਗੁਰੂ ਕੇ ਲੰਗਰ ਦਿਨ ਰਾਤ ਸਦਾ ਵਰਤ ਚੱਲ ਰਹੇ ਹੈ। ਇਹੀ ਕਰਾਮਾਤ ਹੈ, ਕਿਉਂਕਿ ਸ਼ਬਦ ਦੀ ਕਮਾਈ ਜਿਹਨੀ ਕੀਤੀ ਉਹਨਾਂ ਦੇ ਲੰਗਰ ਚੱਲਦੇ ਆ। ਬੜੇ ਬੜੇ ਰਾਜੇ ਮਹਾਰਾਜੇ ਆ, ਅੱਜ ਕੱਲ੍ਹ ਤਾਂ ਹੋਰ ਵੀ ਇਹੋ ਜਿਹਾ ਹੀ ਹੈ। ਅਗਲੇ ਦੇ ਦੰਦਾਂ 'ਚੋਂ ਕਰੇੜਾ ਕੱਢਣ ਜਾਂਦੇ ਆ, ਤੇ ਢਿੱਡ ਵਿੱਚ ਜਾਣੇ ਨਾ ਦਿਓ, ਪਹਿਲਾਂ ਹੀ ਬੋਚ ਲਓ। ਪਰ ਸਾਧ ਸੰਗਤ ਜੀ ਇਹ ਉਹਨਾਂ ਲੋਕਾਂ ਵਿੱਚ ਉਦਾਰਤਾ ਆਉਂਦੀ ਹੈ ਜਿੱਥੇ ਸ਼ਬਦ ਹੈ, ਨਾਮ ਬਾਣੀ ਦਾ ਪ੍ਰਕਾਸ਼ ਹੈ। ਤੇ ਮਹਾਰਾਜਾ ਭੁਪਿੰਦਰ ਸਿੰਘ ਨੇ ਸਿਰ ਝੁਕਾਇਆ ਕਿ ਮਹਾਂਪੁਰਖੋ ਬਚਨ ਤੁਹਾਡਾ ਠੀਕ ਹੈ। ਸੋ ਇਸ ਵਾਸਤੇ ਗੁਰੂ ਮਹਾਰਾਜ ਕਹਿੰਦੇ ਜਿੱਥੇ ਨਾਮ ਆ ਉੱਥੇ 9 ਨਿਧੀਆਂ 18 ਸਿੱਧੀਆਂ ਸਾਰੀਆਂ ਬਰਕਤਾਂ ਜਿਹੜੀਆਂ ਉਹ ਆ ਜਾਂਦੀਆਂ ਹਨ। ਆਪੇ ਦੇਵੈ
ਸਹਿਜ ਸੁਭਾਏ। ਸਹਿਜ ਸੁਭਾਏ ਸੁਤੇ ਸਿੱਧੇ ਹੀ ਜਿਹੜੇ ਉਹਦੇ ਪਿਆਰੇ ਹਨ ਉਹਨਾਂ ਨੂੰ ਉਹ ਬਰਕਤਾਂ ਦੇ ਦਿੰਦੇ ਆ। ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਇਹਨਾਂ ਲੋਕਾਂ ਦੀਆਂ ਝੂਠੀਆਂ ਕਸਮਾਂ ਤੋਂ ਧਰਮ ਦੀ ਆੜ ਲਈ ਸੀ ਕਿ ਮਹਾਰਾਜ ਧਰਮੀ ਆ, ਧਰਮ ਤੋਂ ਵਿਪਰੀਤ ਕੋਈ ਕੰਮ ਨਹੀਂ ਕਰਨਗੇ, ਪਰ ਇਹ ਕਪਟੀ ਲੋਕ ਸੀ। ਸ੍ਰੀ ਅਨੰਦਪੁਰ ਦਾ ਤਿਆਗ ਕਰਨਾ ਸੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸੀਸਗੰਜ ਪਰਮ ਪਵਿੱਤਰ ਅਸਥਾਨ, ਇੱਥੇ ਦੀਵਾ ਬੱਤੀ ਕੌਣ ਕਰੇਗਾ, ਝਾੜੂ ਬਹਾਰੂ ਕੌਣ ਕਰੇਗਾ। ਪਾਤਸ਼ਾਹ ਕਹਿੰਦੇ ਦੇਖੋ ਕਿੰਨੀ ਸ਼ਰਧਾ ਹੈ ਮਹਾਰਾਜ ਦੇ ਦਿਓਰੇ ਦੇ ਉੱਤੇ। ਭਾਈ ਗੁਰਬਖਸ਼ ਉਦਾਸੀ ਮਹਾਂਪੁਰਖ ਉਹਨਾਂ ਦੀ ਸੇਵਾ ਲਾਈ ਗਈ। ਕਹਿਣ ਲੱਗੇ ਮਹਾਰਾਜ ਆਪ ਜਾ ਰਹੇ ਹੋ, ਦੁਸ਼ਟ ਚੌਂਕੜੀ ਦਾ ਬੜਾ ਬੋਲਬਾਲਾ ਹੈ, ਇਹ ਫਿਰ ਗੁਜ਼ਾਰਾ ਕਿਸ ਤਰ੍ਹਾਂ ਹੋਇਆ ਕਰੇਗਾ। ਮਹਾਰਾਜ ਕਹਿੰਦੇ ਰੋਜ਼ ਪੜ੍ਹਦੇ ਹਾਂ ਅਰਦਾਸ ਵਿੱਚ, ਗੁਰ ਤੇਗ ਬਹਾਦਰ ਸਿਮਰਿਆ ਘਰ ਨੂੰ ਨਿਧ ਆਵੈ ਧਾਏ। ਇੱਥੇ ਝਾੜੂ ਫੇਰਿਆ ਕਰੋ, ਤੁਹਾਨੂੰ ਮੋਹਰ ਮਿਲਿਆ ਕਰੇਗੀ। ਭਾਈ ਗੁਰਬਖਸ਼ ਜੀ ਨੇ ਸੇਵਾ ਕਰਨੀ, ਮਹਾਰਾਜ ਦੇ ਬਚਨਾਂ ਨਾਲ ਮੋਹਰ ਮਿਲਣੀ। ਇੱਕ ਫੁਰਨ ਆਇਆ ਕਿ ਮੇਰਾ ਤਾਂ ਗੁਜ਼ਾਰਾ ਚੱਲੀ ਜਾਂਦਾ, ਅਕਸਰ ਸੰਗਤ ਵੀ ਕੋਈ ਨਾ ਕੋਈ ਆ ਜਾਂਦੀ ਹੈ, ਅਸਥਾਨ ਦੀ ਵੀ ਸੇਵਾ, ਧੂਫ ਬੱਤੀ, ਹੋਰ ਵੀ ਬਹੁਤ ਕੁਝ ਹੁੰਦਾ, ਆਏ ਵੇਲੇ ਰਿਹਾਇਸ਼ ਵਗੈਰਾ ਵੀ, ਮੰਜਾ ਬਿਸਤਰਾ। ਮਹਾਰਾਜ ਕਹਿੰਦੇ ਰੋਜ਼ ਨਾ ਅਕਾਇਆ ਕਰ, ਸਰਾਣਾ ਚੱਕ ਕੇ ਦੇਖ ਲਿਆ ਕਰ, ਜਿੰਨੀ ਲੋੜ ਉਨੇ ਹੀ ਮਿਲ ਜਾ ਕਰਨਗੇ। ਭਾਈ ਨਵਨਿਤ ਇਹ ਨਾਮ ਦੀਆਂ ਬਰਕਤਾਂ, ਗੁਰੂ ਦੇ ਸ਼ਬਦ ਦੀਆਂ ਬਰਕਤਾਂ ਇਹ ਪ੍ਰਾਪਤ ਹੋ ਜਾਂਦੀਆਂ ਹਨ। ਆਪੇ ਦੇਵ ਸਹਿਜ ਸੁਭਾਏ। ਆਪੇ ਹੀ ਕਿਰਪਾ ਕਰਕੇ ਸਹਿਜ ਸੁਭਾਏ ਸੁਤੇ ਸਿੱਧ। ਜਦੋਂ ਸੱਚਖੰਡ ਜਾਣ ਦਾ ਮਨ ਬਣਾ ਲਿਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਈ ਸੰਤੋਖ ਸਿੰਘ ਦੀ ਸੇਵਾ ਲਾਈ। ਬਾਕੀ 13 ਸਿੰਘ ਸੀ, ਭਾਈ ਦਇਆ ਸਿੰਘ, ਧਰਮ ਸਿੰਘ, ਜੋਤੀ ਜੋਤ ਸਮਾ ਗਏ। ਬੰਦੇ ਬਹਾਦਰ ਨੂੰ ਇੱਧਰ ਭੇਜਤਾ, ਉਹ 13 ਭਾਈ ਰਾਮ ਕਬਰ ਕੋ ਆ ਗਏ। ਮਾਰਾ ਹੁਣ ਦਿਲ ਨਹੀਂ ਲੱਗਦਾ, ਪਾਤਸ਼ਾਹ ਚਲੇ ਗਏ, ਤੁਸੀਂ ਸਾਨੂੰ 10 ਗੁਰੂਆਂ ਦਾ ਇਤਿਹਾਸ ਸੁਣਾਓ। ਆਤਮਾ ਗਿਆਨੀ, ਤੁਹਾਨੂੰ ਸਾਰਾ ਕੁਝ ਦ੍ਰਿਸ਼ਟਮਾਨ ਹੈ, ਭੂਤ ਭਵਿੱਖ ਵਰਤਮਾਨ ਦਾ। ਫਿਰ ਬਾਬਾ ਗੁਰਬਖਸ਼ ਸਿੰਘ, ਬਾਬਾ ਬੁੱਢਾ ਸਾਹਿਬ ਦੀ ਅੰਸ ਬੰਸ, ਉਹਨਾਂ ਨੇ ਵਾਰਤਕ ਵਿੱਚ ਸਾਰਾ 10 ਪਾਤਸ਼ਾਹਾਂ ਦਾ ਇਤਿਹਾਸ ਸਰਵਣ ਕਰਾਇਆ। ਔਰ ਜਿਸ ਨੂੰ ਛੰਦਾਬੰਦੀ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਠੀਕ ਹੈ, ਵਿਦਵਾਨ ਲੋਕ ਜਿਹੜੇ ਹੈ ਕਈ ਵਾਰੀ ਆਪਣੇ ਵੱਲੋਂ ਵੀ ਕੁਝ ਗੱਲਾਂ ਦ੍ਰਿਸ਼ਟਾਂਤ ਪ੍ਰਮਾਣ ਦੇ ਜਾਂਦੇ ਆ, ਪਰ ਜਿਹੜਾ ਗੁਰੂ ਮਹਾਰਾਜ ਦਾ ਇਤਿਹਾਸ ਉਹ ਬਾਬਾ ਬੁੱਢਾ ਸਾਹਿਬ ਦੀ ਅੰਸ ਬੰਸ, ਬਾਬਾ ਗੁਰਬਖਸ਼ ਸਿੰਘ, ਭਾਈ ਰਾਮ ਕਬਰ ਜੀ ਨੇ ਉਹਨਾਂ 13 ਸਿੰਘਾਂ ਦੀ ਬੇਨਤੀ ਪ੍ਰਵਾਨ ਕਰਕੇ ਜਿਸ ਨਗਰ 'ਚ ਬਾਬਾ ਬੁੱਢਾ ਸਾਹਿਬ ਜੋਤੀ ਜੋਤ ਸਮਾਏ ਰਵਿਦਾਸ 6ਵੇਂ ਪਾਤਸ਼ਾਹ ਬਾਬਾ ਸ਼੍ਰੀ ਚੰਦ ਆਪ ਗਏ। ਹੱਥੀਂ ਉਹਨਾਂ ਦੀ 125 ਸਾਲ ਦੀ ਉਮਰ ਸੀ, ਸੰਸਕਾਰ ਕੀਤਾ ਬਾਬਾ ਬੁੱਢਾ ਸਾਹਿਬ ਜੀ ਦਾ। ਅੱਜ ਵੀ ਉੱਥੇ ਸੰਗਤਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ। ਪੂਰੇ ਬਾਬਾ ਰਾਮ ਕਬਰ ਜੀ ਦਾ ਸਥਾਨ ਹੈ, ਅੱਜ ਵੀ ਉਹਨਾਂ ਦਾ ਆਸਣ ਬਕਾਇਦਾ ਉਵੇਂ ਲੱਗਿਆ ਹੋਇਆ। ਇੱਕ ਸਿਲਾ ਹੈ, ਉਹਦਾ ਆਸਣ ਹੈ, ਬਕਾਇਦਾ ਉੱਤੇ ਬਿਸਤਰਾ ਵਿਛਾਇਆ ਜਾਂਦਾ। ਉਹਨਾਂ ਨੇ ਇਹ ਕਿਰਪਾ ਕੀਤੀ, ਭਾਈ ਸੰਤੋਖ ਸਿੰਘ ਜੀ ਦੀ ਸੇਵਾ ਲਾਈ। ਕਹਿੰਦੇ ਮਹਾਰਾਜ ਪਰਦੇਸ ਹੈ, ਆਪ ਕਰਕੇ ਸੰਗਤਾਂ ਹੁਣ ਕੌਣ ਆਏਗਾ, ਕਿਸ ਤਰ੍ਹਾਂ ਖਰਚ ਪਾਣੀ, ਧੂਫ ਬੱਤੀ, ਲੰਗਰ ਚੱਲੇਗਾ। ਕਹਿੰਦੇ ਸੰਤੋਖ ਸਿੰਘ
ਧੰਨ ਗੁਰੂ ਨਾਨਕ ਸਾਹਿਬ ਦੇ ਉੱਤੇ ਭਰੋਸਾ ਰੱਖੋ। ਇੱਥੇ ਇੰਨੇ ਲੰਗਰ ਚੱਲਣਗੇ, ਦੀਵਾਨ ਸਜਣਗੇ, 24 ਘੰਟੇ ਬੋਲੇ ਸੋ ਨਿਹਾਲ ਹੁੰਦੀ ਰਹੇਗੀ। ਅੱਜ ਹਜ਼ੂਰ ਸਾਹਿਬ ਤੁਸੀਂ ਜਾਂਦੇ ਹੋ, ਨਹੀਂ ਗਏ, ਦੇਖ ਆਏ ਹੋ ਕਿਵੇਂ ਸੰਗਤਾਂ ਦੀ ਚਹਿਲ ਪਹਿਲ ਰਹਿੰਦੀ। ਉਹ ਮਹਾਰਾਜ ਦੇ ਜਿਹੜੇ ਬਚਨ ਆ ਉਹ 3 ਕਾਲ ਹਮੇਸ਼ਾ ਵਾਸਤੇ ਅਟੱਲ ਹਨ। ਧੰਨ ਧੰਨ ਬਾਬਾ ਨਿਧਾਨ ਸਿੰਘ ਦੇ ਦੇਖੋ ਕਿਵੇਂ 24 ਘੰਟੇ ਲੰਗਰ ਚੱਲਦੇ ਆ। ਵਰਦੇ ਗਏ ਹੱਥ ਤੇਰਾ ਖੀਸਾ, ਮੇਰਾ ਕੱਢੀ ਚੱਲ ਵਰਤਾਈ ਚੱਲ। ਬਾਬਾ ਜੀ ਕਹਿੰਦੇ ਮਹਾਰਾਜ ਖੀਸਾ ਵੀ ਤੁਹਾਡਾ, ਹੱਥ ਵੀ ਤੁਹਾਡਾ। ਸੋ ਇਸ ਵਾਸਤੇ ਇਹ 9 ਨਿਧਾਂ 18 ਸਿੱਧੀਆਂ ਮਹਾਰਾਜ ਦੀ ਕਿਰਪਾ ਦੇ ਪਾਤਰ ਜਿਹੜੇ ਬਣਦੇ ਪ੍ਰਾਪਤ ਹੋ ਜਾਂਦੀਆਂ ਹਨ। ਆਪੇ ਦੇਵ ਸਹਿਜ ਸੁਭਾਇ, ਆਪੇ ਹੀ ਕਿਰਪਾ ਕਰਕੇ ਸਹਿਜ ਸੁਭਾਏ ਸੁਤੇ ਸਿੱਧੇ ਮਿਹਰ ਵਿੱਚ ਆਏ ਹੋਏ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕਰ ਦਿੰਦੇ। ਬਾਬਾ ਨਿਧਾਨ ਸਿੰਘ ਉਹਨਾਂ ਤੇ ਪਹਿਲਾਂ ਬਹੁਤ ਧੱਕਾ ਧੋੜਾ ਕਰਦੇ ਰਹੇ, ਮਨ ਉਦਾਸ ਹੋਇਆ। 10ਵੇਂ ਪਾਤਸ਼ਾਹ ਨੇ ਸਾਖਿਆਤ ਦਰਸ਼ਨ ਦਿੱਤੇ, ਕਹਿੰਦੇ ਇੱਥੇ ਹੀ ਲੰਗਰ ਚਲਾ ਦੇ। ਉਸ ਸਥਾਨ ਦਾ ਨਾਂ ਹੀ ਲੰਗਰ ਸਾਹਿਬ ਰੱਖਿਆ। ਸੋ ਇਸ ਵਾਸਤੇ ਉਹ ਸੁਤੇ ਸਿੱਧੇ ਵੀ ਮਹਾਰਾਜ ਆਪ ਪ੍ਰਗਟ ਹੋ ਜਾਂਦੇ ਆ ਔਰ ਬਰਕਤਾਂ ਦੇ ਦਿੰਦੇ ਆ। ਸੁਤੇ ਸਿੱਧੇ ਉਹਨਾਂ ਦੀ ਕਰਾਮਾਤ ਜਿਹੜੀ ਹੈ ਉਹ ਹਮੇਸ਼ਾ ਹੀ ਚੱਲਦੀ ਹੈ। ਇਹ ਸਤਸੰਗੀਓ ਦੱਖਣੀ ਓਂਕਾਰ ਨਾਮ ਦੀ ਬਾਣੀ ਵਿੱਚੋਂ ਗੁਰ ਸ਼ਬਦ ਦੀ ਵਿਚਾਰ ਆਪ ਸਾਰਿਆਂ ਨੇ ਸਰਵਣ ਕੀਤੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ 'ਚ ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆਂ, ਸਾਰਿਆਂ ਦਾ ਧੰਨਵਾਦ। ਮਹਾਰਾਜ ਮਿਹਰ ਕਰਨ, ਪ੍ਰਬੰਧਕਾਂ ਦਾ, ਸੰਗਤਾਂ ਦਾ ਵੀ, ਸੇਵਾਦਾਰਾਂ ਦਾ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਖਾਲਸਾ ਪੰਥ ਵਿੱਚ ਏਕਤਾ, ਭਾਗ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।